पई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो, गुरुआं अते शहीदां दा तुसीं सारे ही सत्कार करो। सब तेरी वड्याई कोई नाहु ना जाने मेरा। आदि गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਅੱਜ ਐਤਵਾਰ ਦਾ ਦਿਨ ਹੈ 19 ਭਾਦੋਂ ਸੰਮਤ 554 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 4 ਸਤੰਬਰ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। दुनिया मुका
जन पिसर पद विराज राम, जन पिसर पद विराज राम, जन पिसर पद विराज पत्र विराज राम, कस में सदस्तंगीर, जन्म पिता लोक सुख बनता, कोई न किसकी तरया, सिर सिर रिजक संभाले ठाकुर, काहे मन पो करया, जन पिसर पद विराज राम, कसने सिदस्तंगीर, आखिर बेअफ्तम कसना दारत, चूं शब्द तकबीर, शब रोज गस्तम दर हवा, सब रोज गस्तम दर हवा, कर दे बदी ख्याल, कर दे बदी ख्याल, गाहे लाने की कार कर दम, गाहे लाने की कार कर दम, मम की चीनी अहवाल, मम की चीनी अहवाल, मम की चीनी अहवाल, मम की चीनी अहवाल, दुनिया मुकामे पानी, दुनिया मुकामे पानी, कहती दिलदानी, तहकीक दिलदानी, दुनिया मुकामे पानी, दुनिया मुकामे पानी, दुनिया मुकामे पानी। बदबख्त हम चू बखील गाफिल, बदबख्त हम चू बखील गाफिल, बेनज़र बेबाक, बेनज़र
अजराइल गिरफ्त है हम सर हुए, अजराइल गिरफ्त दिल हेच नादानी, दिल हेच नादानी, दुनिया मुकामे फानी, दुनिया मुकामे फानी, तहकीक दिलदानी, तहकीक दिलदानी, दुनिया मुकामे फानी, दुनिया मुकामे, दुनिया मुकामे, दुनिया मुकामे फानी। वाहिगुरु। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਅੱਜ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸਵੇਰ ਬਖਸ਼ਿਸ਼ ਕੀਤਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਤੀਜਾ। ਸੁਣਿਆ ਹੋ ਕੰਤ ਮਹੇਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ। ਅਵਗਣ ਵੰਤੀ ਫਿਰ ਨਾ ਜਾਣਾਈ, ਮੁੱਠੀ ਰੋਵੈ ਕੰਤ ਵਿਸਾਰ। ਸੁਣਿਆ ਹੋ ਕੰਤ ਮਹੇਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ। ਅਵਗਣ ਵੰਤੀ ਫਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ। ਰੋਵੈ ਕੰਤ ਸੰਮਾਲ ਸਦਾ ਗੁਣ ਸਾਰ। ਨਾ ਪਿਰ ਮਰੈ ਨਾ ਜਾਏ, ਗੁਰਮੁਖ ਜਾਤਾ ਸ਼ਬਦ ਪਛਾਤਾ। ਸਾਚਾ ਪ੍ਰੇਮ ਸਮਾਏ, ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ। ਕੂੜ ਮੁੱਠੀ ਕੂੜਿਆਰੇ, ਸੁਣਿਆ ਹੋ ਕੰਤ ਮਹੇਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰੇ। ਸਭ ਜਗ ਆਪੇ ਉਪਾਇਓ ਨਾ,
ਆਵਣ ਜਾਣ ਸੰਸਾਰਾ ਮਾਇਆ ਮੋਹ ਖੁਆਇਆਂ ਮਰ ਜੰਮੈ ਵਾਰੋ ਵਾਰਾ ਮਰ ਜੰਮੈ ਵਾਰੋ ਵਾਰਾ ਵਧੇ ਬਿਕਾਰਾ ਗਿਆਨ ਵਿਹੂਣੀ ਮੂਠੀ ਬਿਨ ਸਬਦਾ ਫਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗੁਣ ਯਾਰੀ ਝੂਠੀ ਫਿਰ ਜਗ ਜੀਵਨ ਕਿਸਨੋ ਰੋਈਆ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਓ ਨਾ ਆਵਣ ਜਾਣ ਸੰਸਾਰੇ ਸੋ ਫਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੂਲੀ ਫਿਰੈ ਧਨ ਇਆਣੀਆਂ ਰੰਡ ਬੈਠੀ ਦੂਜਾ ਪਾਏ ਰੰਡ ਬੈਠੀ ਦੂਜਾ ਪਾਏ ਮਾਇਆ ਮੋਹੇ ਦੁਖ ਪਾਏ ਆਵ ਘਟਾ ਤਨ ਛੀਜਾ ਜੋ ਕਿਛ ਆਇਆ ਸਭ ਕਿਛ ਜਾਸੀ ਦੁਖ ਲਾਗਾ ਪਾਏ ਦੂਜਾ ਜਮ ਕਾਲ ਨਾ ਸੂਝਾ ਮਾਇਆ ਜਗ ਲੂਝਾ ਲਬ ਲੋਭ ਚਿਤ ਲਾਏ ਸੋ ਫਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਏ ਇੱਕ ਰੋਵ ਹੈ ਫਿਰ ਹੈ ਬੇਸ਼ੁਨੀਆਂ ਅੰਧੀ ਨਾ ਜਾਣੈ ਫਿਰ ਨਾਲੇ ਗੁਰ ਪ੍ਰਸਾਦੀ ਸਾਚਾ ਫਿਰ ਮਿਲਾ ਅੰਤਰ ਸਦਾ ਸੰਭਾਲੇ ਤੇਰੇ ਅੰਤਰ ਸੰਭਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਰੁਲਾ ਰੁਲਾਇਆ ਕਾਮ ਨ ਆਇਆ
बिन खसम न जाता अधूरे। नानक साधन मिला मिलाई, तेरे अंतर सदा संभाले। एक रोवे है पिरहे वे सुनिया, अंधी न जाने पिर है नाले। नानक साधन मिला मिलाई, तेरे अंतर सदा संभाले। एक रोव है पिरहे वे सुनिया, अंधी न जाना पिर है नाले। वाहिगुरु जी का खालसा, वाहिगुरु जी की फतेह। वडहंस महला तीजा, सुने हो कंत महेली हो, पेर सेवे हो शब्द विचार। अब गणवंती पिर न जानी, मुट्ठी रोवा कंत विसार। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਜਿਹੜੀ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ ਹਾਸਲ ਕੀਤੀ ਹੈ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਅੱਜ ਦਾ ਹੁਕਮਨਾਮਾ ਰਾਗ ਬੜਹੰਸ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 583 ਅੰਗ ਤੇ ਸੁਸ਼ੋਭਿਤ ਹੈ। ਬੜਹੰਸ ਮਹੱਲਾ ਤੀਜਾ। हे ਪ੍ਰਭੂ ਪਤੀ ਦੀ ਜੀਵ ਇਸਤਰੀਓ, ਮੇਰੀ ਗੱਲ ਸੁਣ ਲੈਣੀ ਉਹ ਇਹ ਹੈ ਕਿ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਕੇ ਪ੍ਰਭੂ ਪਤੀ ਦੀ ਸੇਵਾ ਭਗਤੀ ਕਰਿਆ ਕਰੋ। ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਦੇ ਨਾਲ ਡੂੰਘੀ ਸਾਂਝ ਨਹੀਂ ਪਾਉਂਦੀ ਉਹ ਔਗਣਾਂ ਨਾਲ ਭਰੀ ਰਹਿੰਦੀ ਹੈ। ਪ੍ਰਭੂ ਪਤੀ ਨੂੰ ਭੁਲਾ ਕੇ ਉਹ ਆਤਮਿਕ ਜੀਵਨ ਲੁਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ। ਪਰ ਜਿਹੜੀ ਜੀਵ ਇਸਤਰੀ ਪਤੀ ਨੂੰ ਹਿਰਦੇ ਦੇ ਵਿੱਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰਕੇ ਪ੍ਰਭੂ ਦੇ ਦਰ ਤੇ ਸਦਾ ਅਰਜ਼ੋਈਆਂ ਕਰਦੀ ਰਹਿੰਦੀ ਹੈ ਉਸ ਦਾ ਖਸਮ ਪ੍ਰਭੂ ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ। ਜਿਹੜੀ ਜੀਵ ਇਸਤਰੀ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਉਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਲ ਜਾਣ ਪਛਾਣ ਬਣਾਉਂਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਰਹਿੰਦੀ ਹੈ। ਜਿਸ ਜੀਵ ਇਸਤਰੀ ਨੇ ਆਪਣੇ ਉਸ ਪ੍ਰਭੂ ਪਤੀ ਦੇ ਨਾਲ ਸਾਂਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਬਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ। ਇਸ ਵਾਸਤੇ हे ਪ੍ਰਭੂ ਪਤੀ ਦੀ ਜੀਵ ਇਸਤਰੀਓ, ਮੇਰੀ ਬੇਨਤੀ ਸੁਣ ਲੈਣੀ। ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਕੇ ਪ੍ਰਭੂ ਦੀ ਸੇਵਾ ਭਗਤੀ ਕਰਿਆ ਕਰੋ। हे ਭਾਈ, ਸਾਰਾ ਜਗਤ ਤੇ ਜਗਤ ਦਾ ਜਨਮ ਮਰਨ ਪਰਮਾਤਮਾ ਨੇ ਆਪ ਬਣਾਇਆ ਹੈ। ਮਾਇਆ ਦਾ ਮੋਹ ਪੈਦਾ ਕਰਕੇ ਇਸ ਮੋਹ ਦੇ ਵਿੱਚ ਜਗਤ ਨੂੰ ਪਰਮਾਤਮਾ ਨੇ ਆਪ ਹੀ ਭੁਲਾਇਆ ਹੋਇਆ ਹੈ। ਤਾਈਓਂ ਮੁੜ ਮੁੜ ਕੇ ਜੰਮਦਾ ਮਰਦਾ ਇਹ ਜੀਵ ਰਹਿੰਦਾ ਹੈ।
ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਮੁੜ ਕੇ ਜੰਮਦਾ ਮਰਦਾ ਰਹਿੰਦਾ ਹੈ। ਇਸ ਵਿੱਚ ਵਿਕਾਰ ਵੱਧਦੇ ਰਹਿੰਦੇ ਨੇ। ਆਤਮਿਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਬੈਠਦੀ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵ ਇਸਤਰੀ ਪ੍ਰਭੂ ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ। ਆਪਣਾ ਜਨਮ ਅਜਾਈਂ ਗਵਾ ਲੈਂਦੀ ਹੈ। ਔਗਣਾਂ ਨਾਲ ਭਰੀ ਹੋਈ ਤੇ ਝੂਠੇ ਮੋਹ ਦੇ ਵਿੱਚ ਫਸੀ ਹੋਈ ਦੁਖੀ ਹੁੰਦੀ ਰਹਿੰਦੀ ਹੈ। ਪਰ ਹੇ ਭਾਈ, ਪ੍ਰਭੂ ਆਪ ਹੀ ਜਗਤ ਦਾ ਜੀਵਨ ਆਧਾਰ ਹੈ। ਕਿਸੇ ਦੇ ਆਤਮਕ ਮੌਤ ਮਰਨ ਤੇ ਰੋਣਾ ਵੀ ਫਿਰ ਕੀ ਹੋਇਆ। ਜੀਵ ਇਸਤਰੀ ਪ੍ਰਭੂ ਪਤੀ ਨੂੰ ਭੁਲਾ ਕੇ ਦੁਖੀ ਹੁੰਦੀ ਰਹਿੰਦੀ ਹੈ। ਹੇ ਭਾਈ, ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ। ਜਗਤ ਦਾ ਜਨਮ ਮਰਨ ਵੀ ਪ੍ਰਭੂ ਨੇ ਆਪ ਹੀ ਬਣਾਇਆ ਹੈ। ਹੇ ਭਾਈ, ਉਹ ਪ੍ਰਭੂ ਪਤੀ ਸਦਾ ਜਿਉਂਦਾ ਹੈ, ਸਦਾ ਹੀ ਜਿਉਂਦਾ ਹੈ। ਉਹ ਨਾ ਮਰਦਾ ਹੈ ਤੇ ਨਾ ਜੰਮਦਾ ਹੈ। ਅਜਾਣ ਜੀਵ ਇਸਤਰੀ ਇਸ ਤੋਂ ਖੁੰਝੀ ਫਿਰਦੀ ਹੈ। ਮਾਇਆ ਦੇ ਮੋਹ ਵਿੱਚ ਫਸ ਕੇ ਪ੍ਰਭੂ ਤੋਂ ਵਿਛੜੀ ਰਹਿੰਦੀ ਹੈ। ਹੋਰ ਪਿਆਰ ਦੇ ਕਾਰਨ ਪ੍ਰਭੂ ਤੋਂ ਵਿਛੜੀ ਰਹਿੰਦੀ ਹੈ। ਮਾਇਆ ਦੇ ਮੋਹ ਵਿੱਚ ਫਸ ਕੇ ਦੁੱਖ ਸਹਿੰਦੀ ਹੈ। ਇਸ ਮੋਹ ਦੇ ਵਿੱਚ ਉਸ ਦੀ ਉਮਰ ਗੁਜ਼ਰਦੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ। ਜਗਤ ਦਾ ਨਿਯਮ ਹੈ ਕਿ ਜੋ ਇੱਥੇ ਜੰਮਿਆ ਹੈ ਉਹ ਸਭ ਕੁਝ ਨਾਸ ਹੋ ਜਾਂਦਾ ਹੈ। ਪਰ ਮਾਇਆ ਦੇ ਮੋਹ ਦੇ ਕਾਰਨ ਉਹ ਅਟਲ ਨਿਯਮ ਭੁਲਾ ਕੇ ਜੀਵ ਨੂੰ ਕਿਸੇ ਦੇ ਮਰਨ ਤੇ ਦੁੱਖ ਵਾਪਰਦਾ ਹੈ। ਜਗਤ ਸਦਾ ਮਾਇਆ ਦੀ ਖਾਤਰ ਝਗੜਾ ਕਰਦਾ ਹੈ। ਇਸ ਨੂੰ ਸਿਰ ਉੱਤੇ ਮੌਤ ਨਹੀਂ ਸੁੱਝਦੀ। ਲੱਭ ਵਿੱਚ ਲੋਭ ਵਿੱਚ ਚਿੱਤ ਲਾਈ ਰੱਖਦਾ ਹੈ। ਹੇ ਭਾਈ, ਉਹ ਪ੍ਰਭੂ ਪਤੀ ਸਦਾ ਜਿਉਂਦਾ ਹੈ, ਸਦਾ ਹੀ ਜਿਉਂਦਾ ਹੈ। ਉਹ ਨਾ ਮਰਦਾ ਹੈ ਤੇ ਨਾ ਜੰਮਦਾ ਹੈ। ਕਈ ਜੀਵ ਇਸਤਰੀਆਂ ਐਸੀਆਂ ਨੇ ਜੋ ਪ੍ਰਭੂ ਪਤੀ ਤੋਂ ਵਿਛੜ ਕੇ ਦੁਖੀ ਰਹਿੰਦੀਆਂ ਨੇ। ਮਾਇਆ ਦੇ ਮੋਹ ਵਿੱਚ ਅੰਨੀ ਹੋਈ ਜੀਵ ਇਸਤਰੀ ਇਹ ਨਹੀਂ ਸਮਝਦੀ ਕਿ ਪ੍ਰਭੂ ਪਤੀ ਹਰ ਵੇਲੇ ਨਾਲ ਵਸ ਰਿਹਾ ਹੈ। ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦੀ ਹੈ, ਉਸ ਨੂੰ ਸਦਾ ਜਿਉਂਦਾ ਜਾਗਦਾ ਪ੍ਰਭੂ ਮਿਲ ਪੈਂਦਾ ਹੈ। ਉਹ ਜੀਵ ਇਸਤਰੀ ਸਦਾ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੀ ਹੈ। ਉਸ ਨੂੰ ਉਹ ਸਦਾ ਅੰਗ ਸੰਗ ਦਿਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਪ੍ਰਭੂ ਨੂੰ ਦੂਰ ਵਸਦਾ ਸਮਝਦੀ ਹੈ। ਹੇ ਭਾਈ, ਜਿਸ ਜੀਵ ਇਸਤਰੀ ਨੇ ਖਸਮ ਪ੍ਰਭੂ ਨੂੰ ਅੰਗ ਸੰਗ ਵਸਦਾ ਨਾ ਸਮਝਿਆ, ਉਸ ਦਾ ਇਹ ਸਰੀਰ ਵਿਕਾਰਾਂ ਵਿੱਚ ਰੁਲਾਇਆ ਰੁਲਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ। ਹੇ ਨਾਨਕ, ਜਿਹੜੀ ਜੀਵ ਇਸਤਰੀ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਪਤੀ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦੀ ਹੈ, ਉਹ ਗੁਰੂ ਦੀ ਮਿਲਾਈ ਹੋਈ ਪ੍ਰਭੂ ਨੂੰ ਮਿਲ ਪੈਂਦੀ ਹੈ। ਕਈ ਜੀਵ ਇਸਤਰੀਆਂ ਐਸੀਆਂ ਨੇ ਜੋ ਪ੍ਰਭੂ ਪਤੀ ਤੋਂ ਵਿਛੜ ਕੇ ਦੁੱਖ ਪਾਉਂਦੀਆਂ ਨੇ। ਮਾਇਆ ਦੇ ਮੋਹ ਵਿੱਚ ਅੰਨੀ ਹੋ ਚੁੱਕੀ ਜੀਵ ਇਸਤਰੀ ਇਹ ਨਹੀਂ ਸਮਝਦੀ ਕਿ ਪ੍ਰਭੂ ਪਤੀ ਹਰ ਵੇਲੇ ਨਾਲ ਵਸ ਰਿਹਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। हर बिन तेरो को ना सहाय, हर बिन तेरो को ना सहाय, हर बिन तेरो को ना सहाय।
छूटे कछ संग न जाले तन छूटे कछ संग न जाले कहा ताहे लपटाई हर बीन तेरो को न सहाय हर बीन तेरो को न सहाय हर बीन तेरो को न सहाय कां की मात पिता सुत बनीता को कहू को भाई हर बीन तेरो को न सहाय हर बीन तेरो को न सहाय तेरो को न सहाय तेरो को न सहाय दीन दयाल सदा दुख पंजन दीन दयाल दीन दीन दयाल सदा दुख भंजन तासे रुचना बढ़ाई नानक कहत जगत सब मिथ्या जो सुपना जो सुपना हर बीन तेरो को न सहाय हर बीन तेरो को न सहाय हर बीन तेरो को न सहाय कां की मात पिता सुत बनीता को कहू को भाई हर बीन तेरो को न सहाय
सहाय हर बिन तेरो को ना सहाय हर बिन तेरो हर बिन तेरो को ना सहाय तेरो को ना सहाय को ना सहाय तेरो को ना सहाय को ना सहाय तेरो को हर भी सहाय को ना तेरो को सहाय ਹੁਣ ਅਸੀਂ ਸੁਣ ਰਹੇ ਸੀ ਇਹ ਸ਼ਬਦ ਜਿਸ ਨੂੰ ਗਾਇਨ ਕੀਤਾ ਸੀ ਬੀਬੀ ਗੁਰਪ੍ਰੀਤ ਕੌਰ ਨੇ ਤੇ ਰਾਗ ਸਾਰੰਗ ਦੇ ਵਿੱਚ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੋਂ। ਮਡਹੰਸ ਥਰਡ ਮਹਿਲ। Listen, O brides of the Lord. Serve your husband, Lord, and contemplate the word of his Shabad. The worthless bride does not know her husband, Lord. She is deluded, forgetting her husband, Lord. She weeps and wails. She weeps, thinking of her husband, Lord, and she constantly cherishes his virtues. Her husband, Lord, does not die or go away. As Gurmukh, she knows him. Through the word of his Shabad, he is realized. Through true love, she merges with him. She who does not know her husband, Lord, the architect of karma, is deluded by falsehood. She herself is false. Listen, O brides of Lord. Serve your husband, Lord, and contemplate the word of his Shabad. He himself created the whole world, and the world comes and goes. The love of Maya is ruined the world. People die to be reborn over and over again. People die to be reborn over and over again, while their sins steadily increase. Without spiritual wisdom, they are deluded. Without the Shabad, the husband Lord is not found, and the worthless false bride wastes her life away, weeping and wailing. He is my beloved husband Lord, the life of the world. For whom should I weep? They alone weep who forget their husband Lord. He himself created the whole world, and the world comes and goes. The husband Lord is true, forever true. He does not die or go away. The ignorant soul bride wanders in delusion. In the love of duality, she sits like a widow. She sits like a widow in the love of duality, infatuated with Maya. She suffers in pain. She grows old, and her body withers away. Whatever has come shall all pass away. Through the love of duality, all suffer in pain.
They do not see the messenger of death. They long for Maya, and in their consciousness is attached to greed. That husband Lord is true forever. He does not die or go away. Some weep and wail, separated from their husband Lord. The blind ones do not know that their husband is with them. By Guru's grace, they meet their true husband and cherish him, always deep within. She cherishes her husband deep within herself. He is always with her, but the self-willed manmukhs think he is far away. This body rolls in the dust and is totally useless. It does not realize the presence of its Lord and Master. Nanak, the soul bride is united in union. She cherishes her beloved husband forever, deep within. Some weep and wail, separated from their husband Lord. The blind ones do not know that their husband is with them. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਨੇ। ਰਾਗ ਸਾਰੰਗ ਮਹੱਲਾ ਚੌਥਾ ਪੜਤਾਲ ਇਕ ਓੰਕਾਰ ਸਤਿਗੁਰ ਪ੍ਰਸਾਦ ਜਪ ਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ मन मोहन सो प्रीत लागी जप मन नाथ जगदीश रो जग जीवनो मन मोहन सो प्रीत लागी। जप मन जगन्नाथ जगदीश रो जग जीवनो मन मोहन सो प्रीत लागी। मैं हर 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 एक सब दिन सब रात मैं हर 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 एक सब दिन सब रात जप मन जगन्नाथ जगदीश रो जग जीवनो मन मोहन सो प्रीत लागी। जप मन जगन्नाथ जगदीश रो जग जीवनो मन मोहन सो प्रीत लागी। हर की उपमा अनेक 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 गुण गावत सुख नारद ब्रह्मादिक तव गुण स्वामी गणन न जात।
अनिक गुण गावत सुख नारद ब्रह्मादिक तव गुण स्वामी गणन न जात तू हर बेअंत तू हर बेअंत तू हर स्वामी तू आपे ही जाने अपनी भात तू हर बेअंत तू हर बेअंत तू हर स्वामी तू आपे ही जाने अपनी भात हर के निकट निकट हर निकट ही बसते ते हर के जन साधु हर भगात हर के निकट निकट हर निकट ही बसते निकटी बसते ते हर के जन साधु हर भगात हर के निकट निकट हर निकट ही बसते ते हर के जन साधु हर भगात ते हर के जन हर स्यों रल मिले जैसे जन नानक सल लो मिलात जप मन जगन्नाथ जगदीश रो जग जीवनो मन मोहन स्यों प्रीत लागी जप मन जगन्नाथ जगदीश रो जग जीवनो मन मोहन स्यों प्रीत लागी जप मन जगन्नाथ जगदीश रो जग जीवनो मन मोहन स्यों प्रीत लागी जप मन ਹੁਣੇ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ ਰਾਗ ਸਾਰੰਗ ਦੇ ਵਿੱਚ, ਜਿਸ ਨੂੰ ਗਾਇਨ ਕੀਤਾ ਸੀ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਨੇ। ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਲੜੀਵਾਰ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਕਈ ਹਫ਼ਤਿਆਂ ਤੋਂ ਅਸੀਂ ਗੁਰਮੁਖ ਸਿੱਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੀ ਕਿਤਾਬ, ਉਹਨਾਂ ਦੇ ਪ੍ਰਵਚਨ ਜਿਹੜੇ ਉਹਨਾਂ ਦੇ ਸਾਥੀਆਂ ਵੱਲੋਂ ਲਿਖੇ ਗਏ, ਉਹ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਾਂ ਤੇ ਇਹਨਾਂ ਹੀ ਵਿਚਾਰਾਂ ਨੂੰ ਅਸੀਂ ਅੱਗੇ ਵਧਾਵਾਂਗੇ। ਆਓ ਉਸ ਤੋਂ ਪਹਿਲਾਂ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ। नाम जपत दुख जाए हर का, नाम जपत दुख जाए, नाम जपत दुख जाए हर का, नाम जपत दुख जाए, नाम जपत दुख जाए हर का, नाम जपत दुख जाए, नानक बोले सहज सुभाए, नानक बोले सहज सुभाए, नाम जपत दुख जाए हर का, नाम जपत दुख जाए, नाम जपत दुख जाए हर का, नाम जपत दुख जाए। से आड़प जम का पौ व्यापे, बहुत से आड़प जम का पौ व्यापे,
अनिक जतन कर तृष्ण न त्रापै अनिक जतन कर तृष्ण न त्रापै नानक बोले सहज सुभाए नानक बोले सहज सुभाए नाम जपत दुख जाए हर का नाम जपत दुख जाए नाम जपत दुख जाए हर का नाम जपत दुख जाए पेख अनेक अगन नहीं बुझे पेख अनेक अगन नहीं बुझे कोट उपाव दरगे नहीं सिजे कोट उपाव दरगे नहीं सिजे नानक बोले सहज सुभाए नानक बोले सहज सुभाए नाम जपत दुख जाए हर का नाम जपत दुख जाए नाम जपत दुख जाए हर का नाम जपत दुख जाए नाही उब पाया छूटस नाही उब पाया मोहे बेया पे माया जाय मोहे बेया पे माया जाय नानक बोले सहज सुभाए नानक बोले सहज सुभाए नाम जपत दुख जाए हर का नाम जपत दुख जाए नाम जपत दुख जाए हर का नाम जपत दुख जाए अवर करतूत सगली जम डाने अवर करतूत सगली जम डाने गोविंद भजन बिन तिल नहीं माने गोविंद भजन बिन तिल नहीं माने नानक बोले सहज सुभाए नानक बोले सहज सुभाए नाम जपत दुख जाए हर का नाम जपत दुख जाए नाम जपत दुख जाए हरि का नाम जपत दुख जाए नाम जपत दुख जाए हर का नाम जपत दुख जाए नानक बोले सहज सुभाए नानक बोले सहज सुभाए नाम जपत दुख जाए हर का नाम जपत दुख जाए नाम जपत दुख जाए हर का नाम जपत दुख जाए। ਹਾਂਜੀ ਇਹ ਸੀ ਇਸ਼ਮੀਤ ਸਿੰਘ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ।
ਤੇ ਆਓ ਚੱਲਦੇ ਹਾਂ ਹੁਣ ਅਸੀਂ ਆਪਣੀਆਂ ਜਿਹੜੀਆਂ ਵਿਚਾਰਾਂ ਨੇ ਲੜੀਵਾਰ ਉਹਨਾਂ ਨੂੰ ਵਧਾਉਂਦੇ ਹਾਂ। 12 ਤੋਂ ਲੈ ਕੇ 15 ਜੂਨ 1953 ਸ੍ਰੀ ਅੰਮ੍ਰਿਤਸਰ, ਭਾਵ ਕਿ ਇਸ ਸਮੇਂ ਦੇ ਵਿੱਚ ਇਹ ਜਿਹੜੇ ਪ੍ਰਵਚਨ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੇ ਸੰਗੀਆਂ ਦੇ ਨਾਲ ਸਾਂਝੇ ਕੀਤੇ ਨੇ। ਕਹਿੰਦੇ ਨੇ ਕਿ ਸਿਮਰਨ ਕਰਨ ਦੇ ਨਾਲ ਇੱਥੇ ਅਸੀਂ ਯਾਦ ਰੱਖਣਾ ਚਾਹੀਦਾ ਸਾਨੂੰ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਅਸੀਂ ਰਿਪੀਟ ਹੁੰਦੀਆਂ ਜਿਹੜੀਆਂ ਦੇਖ ਰਹੇ ਹਾਂ, ਤੇ ਇੱਕ ਗੱਲੋਂ ਤਾਂ ਚੰਗੀ ਗੱਲ ਹੈ ਕਿ ਦੁਬਾਰਾ ਰਿਪੀਟ ਉਹ ਜਿਹੜੀ ਵਚਨ ਹਨ ਉਹ ਭਾਈ ਸਾਹਿਬ ਵੀ ਕਰਦੇ ਸਨ, ਤੇ ਸਾਨੂੰ ਵੀ ਜਿਹੜਾ ਸਾਡੇ ਮਨ ਨੂੰ ਜਿਹੜਾ ਹੈ ਸਮਝਾਉਣ ਦੇ ਲਈ ਉਹ ਜਿਹੜੇ ਰਿਪੀਟ ਜਿਹੜੇ ਵਚਨ ਹੈ ਉਹ ਸੁਣਨੇ ਬਣਦੇ ਨੇ ਤੇ ਉਹਨਾਂ ਤੇ ਵਿਚਾਰ ਕਰਨੀ ਬਣਦੀ ਹੈ। ਤੇ ਕਹਿੰਦੇ ਨੇ ਕਿ ਸਿਮਰਨ ਕਰਨ ਦੇ ਨਾਲ ਆਦਮੀ ਸੱਚ ਦੇ ਨੇੜੇ ਹੁੰਦਾ ਜਾਂਦਾ ਹੈ। ਜਦ ਸੱਚ ਦੀ ਸਮਝ ਆਉਣ ਲੱਗਦੀ ਹੈ, ਜਿਨ੍ਹਾਂ ਦਾ ਮਤਲਬ ਦੁਨੀਆਵੀ ਐਸ਼ਵਰਯ ਹਾਸਲ ਕਰਨਾ ਸੀ ਉਹ ਤਾਂ ਨਿਰਾਸ਼ ਹੁੰਦੇ ਨੇ। ਜਿਨ੍ਹਾਂ ਦਾ ਮਨੋਰਥ ਪਰਮਾਰਥ ਹੁੰਦਾ ਹੈ ਉਹਨਾਂ ਨੂੰ ਰਸ ਆਉਣ ਲੱਗਦਾ ਹੈ। ਜਦੋਂ ਤੱਕ ਰਸ ਪੂਰਾ ਨਾ ਆ ਜਾਏ ਉਹ ਵਕਤ ਕ੍ਰਿਟੀਕਲ ਹੈ, ਭਾਵ ਕਿ ਔਖਾ ਹੁੰਦਾ ਹੈ। ਮਨ ਦਾ ਵੇਗ ਫਿਰ ਦੁਬਾਰਾ ਗਿਰਾ ਦਿੰਦਾ ਹੈ ਕਈ ਵਾਰੀ। ਇਸ ਮੁਸ਼ਕਲ ਦਾ ਹੱਲ ਗੁਰਮੁਖ ਦੀ ਸੰਗਤ ਹੁੰਦੀ ਹੈ ਜੋ ਵਕਤ ਤੇ ਆ ਕੇ ਮਦਦ ਕਰਦਾ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਧਾਨਕ ਰੂਪ ਧਾਰਿਆ ਸੀ, ਭਾਵ ਕਿ ਜਦੋਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੀ ਸੀ ਅਗਲੇ ਗੁਰੂ ਦੇ ਲਈ ਜਿਹੜੀ ਹੈ ਪ੍ਰੀਖਿਆ ਕਰ ਰਹੇ ਸਨ, ਤਾਂ ਕਾਫੀ ਜਿਗਿਆਸੂ ਸਨ ਜਿਹੜੇ ਨਾਲ ਉਹ ਹੌਲੀ-ਹੌਲੀ ਸਾਰੇ ਕਰਦੇ ਗਏ। ਮਾਇਆ ਨੇ ਮਿਲਾਪ ਤੋਂ ਵਾਂਝੇ ਰੱਖੇ, ਸਿਰਫ ਭਾਈ ਲਹਿਣਾ ਜੀ ਹੀ ਕਾਮਯਾਬ ਹੋਏ। ਉਹਨਾਂ ਦਾ ਨਿਸ਼ਾਨਾ ਸਿਰਫ ਸਤਿਗੁਰੂ ਜੀ ਹੀ ਸਨ। ਸਿੱਖ ਨੂੰ ਚਾਹੀਦਾ ਹੈ ਵਾਹਿਗੁਰੂ ਦੀ ਹੋਂਦ ਦੇ ਵਿੱਚ ਯਕੀਨ ਰੱਖੇ, ਮਨ ਦੇ ਵਿੱਚ ਉਸ ਦੀ ਯਾਦ ਹੋਵੇ ਤੇ ਜਥਾ ਸ਼ਕਤ ਭਲਾਈ ਕਰੇ, ਜਾਂ ਘੱਟੋ ਘੱਟ ਕਿਸੇ ਦੀ ਬੁਰਾਈ ਨਾ ਕਰੇ। ਕਿਸੇ ਦਾ ਬੁਰਾ ਨਾ ਕਰਨਾ ਹੀ ਚੰਗਾ ਹੈ। ਜੇ ਭਲਾ ਕਰਨ ਦੀ ਸਮਰੱਥਾ ਨਾ ਹੋਵੇ ਤਾਂ ਆਦਮੀ ਨੂੰ ਚਾਹੀਦਾ ਹੈ ਜੋ ਦਿਲ ਸਾਬਤ ਰੱਖੇ। ਹਰ ਕੰਮ ਮੋਰਾਲਿਟੀ, ਭਾਵ ਕਿ ਆਚਰਣ ਤੇ ਸੱਭਿਆ ਤੋਂ ਗਿਰਿਆ ਹੋਇਆ ਨੈਗੇਟਿਵ ਐਸੈਟ ਹੈ, ਭਾਵ ਕਿ ਘਾਟੇ ਦਾ ਧਨ ਹੈ, ਤੇ ਭਲਾਈ ਤੇ ਵਾਹਿਗੁਰੂ ਦੀ ਯਾਦ ਪੋਜ਼ਿਟਿਵ ਐਸੈਟ, ਭਾਵ ਕਿ ਨਫੇ ਦਾ ਧਨ ਹਨ। ਜਦ ਨੈਗੇਟਿਵ ਐਸੈਟਸ ਘਾਟੇ ਦਾ ਧਨ ਨਾ ਰਹਿਣਗੇ ਤਾਂ ਸਾਨੂੰ ਮਨ ਦੀ ਸਦੀਵ ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਸਿਮਰਨ ਨਿਰਮਲ ਕਰਮ ਹੈ ਤੇ ਮੁਰਸ਼ਿਦ ਦੀ ਕਿਰਪਾਲਤਾ ਦੇ ਨਾਲ ਇਸ ਦਾ ਪਰਮਾਰਥ ਵਿੱਚ ਬਹੁਤ ਵੱਡਾ ਮਰਤਬਾ ਮਿਲ ਜਾਂਦਾ ਹੈ। ਮਰਨ ਦੇ ਬਾਅਦ ਸਾਡੀ ਸਾਰਿਆਂ ਦੀ ਇੱਕੋ ਜਿਹੀ ਹਾਲਤ ਨਹੀਂ ਹੁੰਦੀ। ਜੇ ਸੌਣ ਲੱਗੇ ਬੱਚੇ ਨੂੰ ਮਾਰ ਪਈ ਹੋਵੇ ਤਾਂ ਉਹ ਸੁਪਨੇ ਦੇ ਵਿੱਚ ਵੀ ਡਿਸਕੋਰੇ ਭਰਦਾ ਰਹਿੰਦਾ ਹੈ, ਤੇ ਜੇ ਉਹ ਸੌਣ ਤੋਂ ਪਹਿਲਾਂ ਕਿਸੇ ਖੁਸ਼ੀ ਵਿੱਚ ਹੋਵੇ ਤਾਂ ਸੁੱਤਿਆਂ ਹੋਇਆਂ ਵੀ ਹੱਸਦਾ ਰਹਿੰਦਾ ਹੈ। ਇਸ ਤਰ੍ਹਾਂ ਜੋ ਆਦਮੀ ਕਿਸੇ ਨਿਰਾਸ਼ਤਾ ਦੇ ਵਿੱਚ ਆਤਮ ਘਾਤ ਕਰਕੇ ਜਾਂ ਕਿਸੇ ਹੋਰ ਸਬੱਬ ਦੇ ਨਾਲ ਮਰਦੇ ਨੇ, ਉਹਨਾਂ ਦੀਆਂ ਰੂਹਾਂ ਅਸ਼ਾਂਤੀ ਤੇ ਬੜੀ ਅਗਨੀ, ਭਾਵ ਕਿ ਸੰਤਾਪ ਪੀੜਾ ਦੇ ਵਿੱਚ ਹੁੰਦੀਆਂ ਨੇ। ਇਸ ਤਰ੍ਹਾਂ ਦੀ ਹਾਲਤ ਵਿੱਚ ਮਰਨ ਵਾਲੇ ਪੁਰਖਾਂ ਨੂੰ ਯਾਦ ਕਰਨ ਵਾਲਾ ਆਦਮੀ ਉਹਨਾਂ ਰੂਹਾਂ ਦੀ ਤਫਸ਼ ਨੂੰ ਲੈ ਕੇ ਆਪਣਾ ਠਾਰ ਵੀ ਗਵਾ ਬਹਿੰਦਾ ਹੈ, ਭਾਵ ਕਿ ਆਪਣੀ ਸ਼ਾਂਤੀ ਵੀ ਗਵਾ ਬਹਿੰਦਾ ਹੈ। ਇੱਕ ਸਰਦਾਰ ਸਾਹਿਬ ਦੀ ਯੂਰਪਨ ਬੀਵੀ ਨੇ ਖੁਦਕਸ਼ੀ ਕਰ ਲਈ। ਸਰਦਾਰ ਜੀ ਦਾ ਉਸ ਨਾਲ ਬੜਾ ਪਿਆਰ ਸੀ। ਮੇਮ ਦੇ ਮਰਨ ਬਾਅਦ ਉਸ ਦੀ ਤਸਵੀਰ ਆਪਣੇ ਡਰਾਇੰਗ ਰੂਮ ਵਿੱਚ ਲਗਾ ਰੱਖੀ ਤੇ ਉਸ ਦੇ ਖਿਆਲਾਂ ਵਿੱਚ ਰਹਿਣ ਲੱਗ ਪਿਆ। ਉਪਨਿਸ਼ਦਾਂ ਦਾ ਗਿਆਨ ਹੋਣ ਦੇ ਬਾਵਜੂਦ ਵੀ ਮੇਮ ਦੀ ਯਾਦ ਦੇ ਵਿੱਚ ਉਹ ਆਪ ਨਿਤਾਣਾ ਹੋ ਗਿਆ। ਉਸ ਦੇ ਸਿਰ ਤੇ ਮੁਰਸ਼ਿਦ ਦਾ ਹੱਥ ਨਹੀਂ ਸੀ ਜੋ ਔਖੇ ਵੇਲੇ ਮਦਦ ਹੋ ਜਾਂਦੀ। ਇਸੇ ਤਰ੍ਹਾਂ ਇੱਕ ਸਿੱਖ ਪ੍ਰੋਫੈਸਰ ਨੇ ਆਪਣੇ ਜਾਣੂ ਮਿੱਤਰ ਸਵਾਮੀ ਦੀ ਜੀਵਨੀ ਲਿਖ ਕੇ ਆਪਣੇ ਮਨ ਦੀ ਸ਼ਾਂਤੀ ਗਵਾ ਲਈ ਸੀ। ਜਦ ਕਿਸੇ ਮਰ ਗਈ ਰੂਹ ਨੂੰ ਯਾਦ ਕਰੀਏ ਤਾਂ ਸਾਨੂੰ ਸਬਜੈਕਟ ਹੋ ਕੇ ਕਰਨਾ ਚਾਹੀਦਾ ਹੈ, ਮਫਊਲੀਅਤ ਵਿੱਚ ਹੋ ਕੇ ਉਸ ਦੇ ਅਸਰ ਹੇਠ ਨਹੀਂ ਆਉਣਾ ਚਾਹੀਦਾ। ਨਾਮ ਦੇ ਨਾਲ ਸੁਰਤ ਉੱਚੀ ਚੜਾਓ ਵਿੱਚ ਹੋ ਜਾਂਦੀ ਹੈ, ਉਸ ਵਿੱਚ ਸ਼ਕਤੀ ਆ ਜਾਂਦੀ ਹੈ।
ਯੂਸਫ ਦੇ ਬਾਪ ਨੇ ਪਹਿਲਾਂ ਯੂਸਫ ਨੂੰ ਖੂਹ ਵਿੱਚ ਸੁੱਟਿਆ ਹੋਇਆ ਨਹੀਂ ਸੀ ਦੇਖਿਆ। ਜਦ ਸੁਰਤ ਦਾ ਚੜ੍ਹਾ ਹੋਇਆ ਤਾਂ ਮਿਸਰ ਵੱਲੋਂ ਆਉਂਦੀ ਹਵਾ ਦੇ ਵਿੱਚ ਉਸ ਨੂੰ ਯੂਸਫ ਦੀ ਖੁਸ਼ਬੂ ਪ੍ਰਤੀਤ ਹੋਈ। ਲੋਕਾਂ ਨੇ ਮਰਨ ਵੇਲੇ ਇੱਕ ਫਾਸ਼ਾ ਤਰੀਮਤ ਤੋਂ ਪੁੱਛਿਆ ਕਿ ਕੋਈ ਗੱਲ ਦੱਸ ਤਾਂ ਉਸਨੇ ਉੱਤਰ ਦਿੱਤਾ ਮਨ ਨਾ ਕਰਦਮ ਸ਼ੁਮਾ ਹਰਜ ਬੇਕੁਦਨ, ਭਾਵ ਕਿ ਮੈਂ ਬੁਰਾਈ ਕਰਦੀ ਰਹੀ ਹਾਂ, ਬੁਰਾਈ ਤੋਂ ਪਰਹੇਜ਼ ਕਰਨਾ, ਪਰ ਤੁਸੀਂ ਪਰਹੇਜ਼ ਮੈਂ ਨਹੀਂ ਕੀਤਾ, ਤੁਸੀਂ ਕਰਨਾ। ਡਾਕਟਰਸ ਜਿਹੜੇ ਹੈ ਉਹ ਦੇ ਆਰ ਐਂਜਲਸ ਔਨ ਅਰਥ, ਭਾਵ ਕਿ ਧਰਤੀ ਦੇ ਦੇਵਤੇ ਨੇ, ਪਰ ਜੋ ਖਲਕਤ ਦੇ ਦੁੱਖ ਦੂਰ ਕਰਨ ਦੇ ਉਪਰਾਲੇ ਕਰਦੇ ਰਹਿਣ। ਸਿਮਰਨ ਦੇ ਨਾਲ ਆਦਮੀ ਦਾ 10ਵਾਂ ਦੁਆਰ ਖੁੱਲ੍ਹਦਾ ਹੈ। ਉਹ ਆਪਣੇ ਆਪ ਨੂੰ ਉੱਚਾ ਪ੍ਰਤੀਤ ਕਰਦਾ ਹੈ। ਉਸ ਦੀ ਸੁਰਤ ਇੱਕ ਸੁਹਾਵਣੀ ਉਚਿਆਣ ਵਿੱਚ ਰਹਿੰਦੀ ਹੈ। ਮਟੀਰੀਅਲ ਚੀਜ਼ਾਂ ਉਸ ਨੂੰ ਬਾਈ ਇਨਸਟੈਂਕਟ, ਭਾਵ ਕਿ ਸੁਭਾਅ ਅਧੀਨ ਹੀ ਵੈਲਿਊਲੈਸ ਪ੍ਰਤੀਤ ਹੁੰਦੀਆਂ ਨੇ। ਉਹ ਆਟੋਮੈਟਿਕਲੀ ਆਪਣੇ ਆਪ ਨੂੰ ਬੁਰਾਈ ਦੇ ਕੋਲ ਨਹੀਂ ਲੈ ਕੇ ਜਾਂਦਾ। ਜਿਵੇਂ ਕਿ ਤੂੜੀ ਦਾ ਗਤਾਵਾ ਪਸ਼ੂ ਖਾਂਦੇ ਨੇ, ਆਦਮੀ ਕੋਈ ਤੂੜੀ ਨਹੀਂ ਖਾਂਦਾ। ਅਸੀਂ ਮੁਰਦੇ ਨੂੰ ਵੀ ਨਹੀਂ ਖਾਂਦੇ, ਇਸ ਵਾਸਤੇ ਨਹੀਂ ਕਿ ਸਾਨੂੰ ਕੋਈ ਵਰਜਦਾ ਹੈ, ਪਰ ਇਸ ਕਰਕੇ ਕਿ ਮੁਰਦੇ ਨਾਲ ਸਾਨੂੰ ਅੰਦਰੋਂ ਨਫ਼ਰਤ ਹੈ। ਡੀਪ ਬਰੀਥਿੰਗ, ਹੌਲੀ ਹੌਲੀ ਠਹਿਰ ਕੇ ਸਵਾਸ ਲੈਣਾ, ਕੌਨਸੈਂਟਰੇਸ਼ਨ, ਇਕਾਗਰਤਾ ਦੇ ਵਿੱਚ ਮਦਦ ਕਰਦਾ ਹੈ। ਅਸਾਂ ਗ੍ਰਹਿਸਥ ਨੂੰ ਨਹੀਂ ਛੱਡਣਾ, ਗ੍ਰਹਿਸਥ ਦੇ ਵਿੱਚ ਰਹਿੰਦੇ ਅਟੈਚਮੈਂਟ ਨੂੰ ਜਿੱਤਣਾ ਹੈ। ਗ੍ਰਹਿਸਥ ਦੇ ਵਿੱਚ ਰਹਿੰਦਿਆਂ ਜੇ ਘਰ ਵਾਲੀ ਸਤ ਸੰਗਣ ਹੋਵੇ ਤਾਂ ਮੁਕਤੀ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਉਹਦਾ ਕੀ ਫਾਇਦਾ ਹੋਇਆ ਕਿ ਇੱਕ ਆਦਮੀ ਨੇ ਆਪਣਾ ਟੱਬਰ ਤੇ ਵਹੁਟੀ ਨੂੰ ਤਾਂ ਛੱਡ ਦਿੱਤਾ, ਪਰ ਫਿਰ ਚੇਲੇ ਤੇ ਚੇਲੀਆਂ ਵਿੱਚ ਮੋਹ ਪਾ ਲਿਆ। ਅਸਲ ਗੱਲ ਤਾਂ ਅਟੈਚਮੈਂਟ ਮੋਹ ਨੂੰ ਜਿੱਤਣ ਦੀ ਹੈ। ਗੰਨੇ ਦੇ ਰਸ ਦਾ ਸਵਾਦ ਹੈ, ਦੁੱਧ ਤੇ ਸ਼ਹਿਦ ਦਾ ਆਪਣਾ ਸਵਾਦ ਹੈ, ਜਿਸ ਨੂੰ ਅਨਰਸ ਰਸ ਕਹਿ ਸਕਦੇ ਹਾਂ। ਇਸੇ ਤਰ੍ਹਾਂ ਸਿਮਰਨ ਦਾ ਅਨੋਖਾ ਸਵਾਦ ਹੈ, ਇੱਕ ਦਰਸ਼ਨ ਹੈ ਜਿਸ ਨੂੰ ਕੰਗਨੀਸ਼ਨ ਜੈਨੀ ਮਾਨਤਾ ਕਹਿੰਦੇ ਨੇ। ਮੱਛੀ ਨੇ ਪੁੱਛਿਆ ਕਿ ਪਾਣੀ ਕਿੱਦਾਂ ਦਾ ਹੁੰਦਾ ਹੈ। ਕਛੂਏ ਨੇ ਦੱਸਿਆ ਉਸ ਬਗੈਰ ਮਰ ਜਾਈਦਾ ਹੈ। ਮੱਛੀ ਨੇ ਕਿਹਾ ਮੈਨੂੰ ਤੂੰ ਪਾਣੀ ਵਿਖਾ। ਕਛੂਆ ਉਸ ਨੂੰ ਆਪਣੀ ਪਿੱਠ ਤੇ ਚੜ੍ਹਾ ਕੇ ਖੁਸ਼ਕੀ ਤੇ ਲੈ ਗਿਆ ਤੇ ਲੱਗੀ ਮਰਨ। ਕਛੂਏ ਨੇ ਹੁਣ ਸਮਝਾਇਆ ਕਿ ਜਿਸ ਚੀਜ਼ ਬਗੈਰ ਤੂੰ ਮਰ ਰਹੀ ਹੈ ਉਹ ਪਾਣੀ ਹੈ। ਇਸ ਤਰ੍ਹਾਂ ਵਾਹਿਗੁਰੂ ਵਿੱਚ ਅਸੀਂ ਵਸਦੇ ਹਾਂ। ਗੁਰੂ ਸਾਨੂੰ ਇਸ ਗੱਲ ਦਾ ਗਿਆਨ ਬਖਸ਼ਦਾ ਹੈ। ਗ੍ਰਹਿਸਥ ਵਿੱਚ ਰਹਿੰਦੇ ਹੋਏ ਵਾਹਿਗੁਰੂ ਦਾ ਭਜਨ ਕਰਨਾ ਹੈ, ਪਰ ਘਰਦਿਆਂ ਤੋਂ ਡਿਟੈਚਡ ਭਾਵ ਨਿਰਮੋਹ ਰਹਿਣਾ ਹੈ। ਇਸੇ ਤਰ੍ਹਾਂ ਡਿਟੈਚਡ ਨਿਰਮੋਹੀ ਆਦਮੀ ਆਪਣੇ ਅਸਲੇ ਦੇ ਨਾਲ ਅਟੈਚਡ ਭਾਵ ਕਿ ਜੁੜਿਆ ਹੋਇਆ ਹੁੰਦਾ ਹੈ। ਅਸਲੇ ਤੋਂ ਭਾਵ ਹੈ ਇੱਥੇ ਉਹ ਰੱਬ ਪਰਮਾਤਮਾ। ਆਮ ਆਦਮੀਆਂ ਦੀ ਤਾਂ ਇਹ ਗੱਲ ਹੈ, ਉਹਨਾਂ ਦੀ ਸੁਰਤ ਉਹਨਾਂ ਹੀ ਖਿਆਲਾਂ ਹੇਠ ਆਈ ਗਿਰੀ ਹੁੰਦੀ ਹੈ। ਸਿਮਰਨ ਵੇਲੇ ਵਾਲੇ ਦੀ ਸੁਰਤ ਕਿਸੇ ਦੇ ਦਬਾਅ ਹੇਠਾਂ ਨਹੀਂ ਰਹਿੰਦੀ, ਆਪਣੀ ਨਿਰਮਲਤਾ ਤੇ ਇੰਡੀਪੈਂਡੈਂਸ ਭਾਵ ਕਿ ਸੁਤੰਤਰਤਾ ਵਿੱਚ ਆ ਜਾਂਦੀ ਹੈ। ਇਸ ਹਾਲਾਤ ਨੂੰ ਹੀ ਜੋਗੀ ਕੁੰਡਲਨੀ ਦਾ ਖੁੱਲ੍ਹਣਾ ਜਾਂ ਉੱਪਰ ਚੜ੍ਹਨਾ ਜਾਂ ਹਿਰਦੇ ਦਾ ਕਮਲ ਖਿੜਨਾ ਜਾਂ ਸਿੱਧਾ ਹੋਣਾ ਆਖਦੇ ਨੇ। ਜਿਸ ਤਰ੍ਹਾਂ ਜ਼ਮੀਨ ਤੇ ਚੱਲਦੇ ਸੱਪ ਨੂੰ ਇੱਕ ਸੋਟੀ ਮਾਰ ਸਕੀਦਾ ਹੈ, ਪਰ ਫਨ ਚੁੱਕ ਕੇ ਖੜੇ ਫਨੀਅਰ ਨੂੰ ਮਾਰਨਾ ਮੁਸ਼ਕਲ ਹੈ। ਉਸੇ ਤਰ੍ਹਾਂ ਚੜ੍ਹੀ ਹੋਈ ਸਿੱਧੀ ਹੋਈ ਸੁਰਤ ਵਾਲੇ ਆਦਮੀ ਨੂੰ ਕੋਈ ਆਪਣੇ ਅਸਰ ਹੇਠਾਂ ਦਬਾ ਨਹੀਂ ਸਕਦਾ। ਥੋੜ੍ਹਾ ਚਿਰ ਹੋਇਆ ਬੰਬਈ ਦੇ ਵਿੱਚ ਇੱਕ ਅਭਿਆਸੀ ਸਾਡੇ ਪਾਸ ਆਇਆ। ਉਹ ਕਿਸੇ ਸਾਧੂ ਦੇ ਕਹੇ ਸੌਂਦਾ ਬਹੁਤ ਘੱਟ ਸੀ ਤੇ ਪਾਠਾਂ ਦੇ ਕਰਨ ਵਿੱਚ ਰੁੱਝਾ ਰਹਿੰਦਾ ਸੀ। ਪੂਰੀ ਨੀਂਦ ਨਾ ਕਰਨ ਕਰਕੇ ਸਰੀਰਕ ਤੇ ਮਾਨਸਿਕ ਤੌਰ ਤੇ ਸਿਹਤ ਦੇ ਪੱਧਰ ਤੋਂ ਗਿਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਮੇਰੇ ਪਾਸ ਜੇ ਆਉਣਾ ਹੈ ਤਾਂ 7 ਘੰਟੇ ਜ਼ਰੂਰ ਨੀਂਦ ਕਰਿਆ ਕਰ।
ਉਸਨੇ ਹੌਲੇ-ਹੌਲੇ ਇਹ ਗੱਲ ਮੰਨ ਲਈ ਤੇ ਸੁਖੀ ਹੋ ਗਿਆ। ਕਦੇ ਲੋਕਾਂ ਦੀ ਮਾਨਤਾ ਤੋਂ ਬਚਣ ਵਾਸਤੇ ਕੋਈ ਸੰਤ ਇਸ ਤਰ੍ਹਾਂ ਦੀ ਖੇਲ ਵੀ ਕਰ ਲੈਂਦਾ ਹੈ ਕਿ ਉਹ ਬਦਨਾਮ ਹੋ ਜਾਵੇ ਤੇ ਲੋਕ ਉਸ ਦੇ ਪਾਸ ਆ ਕੇ ਭੀੜ ਨਾ ਲਾਈ ਰੱਖਣ। ਇਸ ਤਰ੍ਹਾਂ ਕਬੀਰ ਜੀ ਨੇ ਇੱਕ ਵਾਰ ਕੀਤਾ ਸੀ। ਇੱਕ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਲਈ ਤੇ ਇੱਕ ਤਰੀਮਤ ਦੇ ਮੋਢਿਆਂ ਤੇ ਹੱਥ ਰੱਖ ਕੇ ਲੜਖੜਾਉਂਦਾ ਹੋਇਆ ਬਾਜ਼ਾਰ ਦੇ ਵਿੱਚ ਜਾ ਵੜਿਆ। ਲੋਕਾਂ ਨੇ ਕਿਹਾ ਬਸ ਸੰਤਾਂ ਦਾ ਤਾਂ ਅੱਜ ਪਾਜ ਖੁੱਲ ਗਿਆ। ਲੇਕਿਨ ਫਿਰ ਕਬੀਰ ਜੀ ਨੂੰ ਸਮਝ ਆਈ ਕਿ ਇਸ ਤਰ੍ਹਾਂ ਬਦਨਾਮ ਹੋ ਕੇ ਉਹ ਲੋਕਾਂ ਦਾ ਭਲਾ ਨਹੀਂ ਕਰ ਸਕੇਗਾ ਤੇ ਲੋਕਾਂ ਦਾ ਭਲਾ ਕਰਨਾ ਵਾਹਿਗੁਰੂ ਦਾ ਹੁਕਮ ਹੈ। ਇਹ ਵਿਚਾਰ ਕੇ ਉਸਨੇ ਇੱਕ ਕੌਤਕ ਕੀਤਾ, ਇੱਕ ਲੰਗੜੇ ਦੀ ਲੱਤ ਠੀਕ ਕਰ ਦਿੱਤੀ। ਉਸ ਲੰਗੜੇ ਨੇ ਰਾਜੀ ਹੋ ਕੇ ਕਬੀਰ ਦੇ ਨਾਮ ਦਾ ਢੰਡੋਰਾ ਪਿਟਵਾਇਆ। ਕਬੀਰ ਦਾ ਲੋਕਾਂ ਵਿੱਚ ਫਿਰ ਜਸ ਹੋਣ ਲੱਗਾ। ਕਬੀਰ ਨੇ ਉਸ ਵਕਤ ਇਹ ਸ਼ਲੋਕ ਉਚਾਰਿਆ, ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਸ਼ਲੋਕ ਕਬੀਰ ਜੀ। ਨਾਮ ਦੀ ਕੋਈ ਹੱਦ ਨਹੀਂ। ਜਿੱਥੇ ਵੀ ਕੋਈ ਨਾਮੀ ਪੁਰਸ਼ ਪੁੱਜਾ ਹੈ ਉਸ ਤੋਂ ਹੋਰ ਅੱਗੇ ਨਾਮ ਹੈ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਅਵਸਥਾ ਦੱਸਦੇ ਹਨ ਕਿ ਬਿਨ ਨਾਵੇਂ ਜੀਵਨ ਨਾ ਥੀਏ। ਇਹ ਅਵਸਥਾ ਹੁੰਦੇ ਵੀ ਸਤਿਗੁਰਾਂ ਪਾਸ ਅਰਦਾਸ ਕਰਦੇ ਨੇ, ਮੇਰੇ ਸਤਿਗੁਰ ਨਾਮ ਦਰੜਾਏ। ਸ੍ਰੀ ਰਾਗ ਮਹੱਲਾ ਚੌਥਾ। ਸੰਤ ਜਗਿਆਸੂ ਨੂੰ ਪਛਾਣਦਾ ਹੈ। ਕਦੇ ਉੱਤਮ ਜਗਿਆਸੂ ਨੂੰ ਮਿਲਣ ਵਾਸਤੇ ਗਹਿਬਰ ਵਿੱਚੋਂ ਆ ਨਿਕਲਦਾ ਹੈ, ਜਿਵੇਂ ਦਾਤਾ ਜੀ ਆ ਦਰਸ਼ਨ ਦਿੱਤੇ ਸਨ। ਕਦੇ ਉਹ ਕਿਸੇ ਮਿਲਣ ਆਏ ਨੂੰ ਡਿਲੀਬਰੇਟਲੀ ਅਵੋਇਡ ਵੀ ਕਰਦਾ ਹੈ, ਭਾਵ ਕਿ ਜਾਣ ਬੁੱਝ ਕੇ ਟਾਲਦਾ ਹੈ। ਨਾਮ ਰਸਨਾ ਨਾਲ ਜਪੀਦਾ ਹੈ, ਫਿਰ ਇਹ ਆਪ ਹੀ ਪ੍ਰਾਣਾਂ ਵਿੱਚ ਵਸ ਜਾਂਦਾ ਹੈ। ਜਿੱਥੇ ਵੀ ਨਾਮ ਅਭਿਆਸੀ ਰਹੇ, ਨਾਮ ਉਸ ਦੇ ਮਕਾਨ, ਬਾਗ, ਹਰ ਚੀਜ਼ ਦੇ ਵਿੱਚ ਸਮਾ ਜਾਂਦਾ ਹੈ। ਨਾਮ ਦੇ ਵਿੱਚ ਲੱਗੇ ਰਹੋ। ਸਹਿਜੇ ਸਹਿਜੇ ਸਭ ਕੁਝ ਹੋ ਜਾਏਗਾ। ਇਹ ਕਾਲ ਦਾ ਕੰਮ ਨਹੀਂ। ਨਾਮ ਜਪਣ ਨਾਲ ਪਹਿਲੇ ਮੈਲ ਉਤਰਦੀ ਹੈ, ਫਿਰ ਜਦ ਮਨ ਨਿਰਮਲ ਹੋ ਜਾਏ ਤਾਂ ਰਸ ਆਉਣ ਲੱਗਦਾ ਹੈ। ਵਾਹਿਗੁਰੂ ਤੇ ਓਮ ਸੀ ਤਾਂ ਇੱਕੋ, ਪਰ ਜਿਸ ਸੁਆਮੀ ਨੇ ਆਪਣੇ ਸਿੱਖ ਮੁਰਸ਼ਿਦ ਦੇ ਦਿੱਤੇ ਵਾਹਿਗੁਰੂ ਮੰਤਰ ਨੂੰ ਹਿੰਦੂਆਂ ਦੇ ਡਰ ਤੋਂ ਛੱਡ ਕੇ ਓਮ ਦਾ ਮੰਤਰ ਜਪਣਾ ਸ਼ੁਰੂ ਕੀਤਾ, ਉਹ ਮੰਜ਼ਲ ਤੋਂ ਰਹਿ ਗਿਆ। ਇਸ ਸੁਆਮੀ ਦਾ ਮੁਰਸ਼ਿਦ ਉਸ ਦੇ ਗਰਾਉਂ ਦਾ ਇੱਕ ਨਿਰਮਲਾ ਸਿੱਖ ਸਾਧੂ ਸੀ। ਘਿਓ ਇਕੱਲਾ ਪੀਤਾ ਪਚਣਾ ਮੁਸ਼ਕਲ ਹੈ, ਦਸਤ ਲਾ ਦਿੰਦਾ ਹੈ। ਇਸ ਨਾਲ ਸ਼ਹਿਦ ਤੇ ਕਾਲੀ ਮਿਰਚ ਜੇ ਮਿਲਾ ਕੇ ਖਾਧੀ ਜਾਵੇ ਤਾਂ ਪਚ ਜਾਂਦਾ ਹੈ। ਇਸ ਵਾਸਤੇ ਵੇਦਾਂਤੀਆਂ ਦਾ ਅਹੰ ਬ੍ਰਹਮ ਕਹਿਣਾ ਕਾਫੀ ਨਹੀਂ। ਇਸ ਨਾਲ ਭਗਤੀ ਦੀ ਲੋੜ ਹੈ। ਜਿਸ ਤਰ੍ਹਾਂ ਵਿਟਾਮਿਨਸ ਖਾ ਕੇ ਆਦਮੀ ਤੰਦਰੁਸਤ ਰਹਿੰਦਾ ਹੈ, ਇਸੇ ਤਰ੍ਹਾਂ ਨਾਮ ਸਾਡੇ ਅੰਦਰ ਮਨ ਦੇ ਅਸਰ ਕਰਕੇ ਸਾਡੇ ਸਰੀਰ ਨੂੰ ਵੀ ਰਾਜੀ ਰੱਖਦਾ ਹੈ। ਇੱਕ ਵਾਰ ਧੋਬੀ ਦੇ ਧੋਏ ਕੱਪੜਿਆਂ ਵਿੱਚ ਇਨਫੈਕਸ਼ਨ ਹੋਣ ਕਰਕੇ ਮੇਰੇ ਦਦਰੀ ਹੋ ਗਈ। ਮੈਂ ਤਰਨਤਾਰਨ ਦੇ ਸਰੋਵਰ ਦੀ ਪਰਿਕਰਮਾ ਕਰ ਰਿਹਾ ਸੀ ਤਾਂ ਮੈਂ ਕੀ ਅਨੁਭਵ ਕੀਤਾ ਕਿ ਸਾਰਾ ਸਰੋਵਰ ਅੰਮ੍ਰਿਤ ਦਾ ਭਰਿਆ ਹੋਇਆ ਹੈ। ਮੈਂ ਉਸੇ ਵੇਲੇ ਕੱਪੜੇ ਲਾ ਕੇ ਇਸ਼ਨਾਨ ਕਰਨ ਲੱਗਾ ਤੇ ਦਦਰੀ ਤੇ ਵੀ ਲਾਇਆ। ਦੂਸਰੇ ਦਿਨ ਵੇਖਿਆ ਕਿ ਦਦਰੀ ਸਭ ਹਟ ਗਈ ਸੀ। ਤੇ ਇਹ ਵਿਚਾਰਾਂ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਆਓ ਉਸ ਤੋਂ ਪਹਿਲਾਂ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ। ਅੰਮ੍ਰਿਤ ਬਚਨ ਸਾਧ ਕੀ ਬਾਣੀ, 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 ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਵਖਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ
तिसकी गत होवे। हर हर नाम नित रसन वखाणी। अमृत बचन साध की वाणी। अमृत बचन साध की वाणी। कली काल के मिटे कलेसा। कली काल के मिटे कलेसा। एको नाम मन में परवेसा। एको नाम मन में परवेसा। एको नाम मन में परवेसा। जो जो जपै इसकी गत होवे। अमृत बचन साध की वाणी। अमृत बचन साध की वाणी। जो जो जपै इसकी गत होवे। हर हर नाम नित रसन वखाणी। अमृत बचन साध की वाणी। अमृत बचन साध की वाणी। साधु तूर मुख मस्तक लाई। साधु तूर मुख मस्तक लाई। नानक रे हर गुर शरणाई। नानक हर गुर शरणाई। नानक गुरे हर गुर शरणाई। जो जो जपै तिसकी गत होवे। अमृत बचन साध की वाणी। अमृत बचन साध की वाणी। जो जो जपै तिसकी गत होवे। हर हर नाम नित रसन वखाणी। अमृत बचन साध की वाणी। अमृत बचन साध की वाणी। कली काल के मिटे कलेसा। कली काल के मिटे कलेसा। एको नाम मन में परवेसा। एको नाम मन में परवेसा। एको नाम मन में परवेसा। जो जो जपै तिसकी गत होवे। अमृत बचन साध की वाणी। अमृत
बचन साध की वाणी, जो जो जपै तिसकी गत होय। हर हर नाम नित रसन वखाणी, अमृत बचन साध की वाणी, अमृत बचन साध की वाणी, जो जो जपै तिसकी गत होय। हर हर नाम नित रसन वखाणी, अमृत बचन साध की वाणी, अमृत बचन साध की वाणी, अमृत बचन साध की वाणी, अमृत बचन साध की वाणी। ਵਾਹਿਗੁਰੂ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਅਗਲੀ ਜਿਹੜੀ ਹੈ ਵਾਰਤਾ, ਉਹ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਇਸ ਨੂੰ ਸਮਾਂ ਦਿੱਤਾ ਗਿਆ ਹੈ 26 ਜਨਵਰੀ 1954। ਕਿਸੇ ਕੋਲ ਜਾ ਕੇ ਆਪਣੀ ਬਾਬਤ ਪਿਟੀ ਦੀ ਫੀਲਿੰਗ ਪੈਦਾ ਕਰਨੀ ਠੀਕ ਨਹੀਂ, ਭਾਵ ਕਿ ਤਰਸ ਭਰਿਆ ਆਪਣਾ ਬਿਆਨ ਕਰਨਾ, ਇਹਦੇ ਨਾਲ ਇਨਫੀਰੀਅਰਿਟੀ ਕੰਪਲੈਕਸ ਪੈਦਾ ਹੁੰਦਾ ਹੈ, ਭਾਵ ਕਿ ਬੰਦੇ ਦਾ ਨਿਵਾਣ ਵੱਲ ਨੂੰ ਮੰਨ ਜਾਂਦਾ ਹੈ। ਜੇ ਅਸੀਂ ਕਿਸੇ ਦੁਨੀਆਦਾਰ ਅੱਗੇ ਜਾ ਕੇ ਮੱਥਾ ਟੇਕਾਂਗੇ ਤਾਂ ਮਨ ਦੇ ਵਿੱਚ ਇਨਫੀਰੀਅਰਿਟੀ ਪੈਦਾ ਹੋਵੇਗੀ। ਜਦ ਅਸੀਂ ਆਪਣੇ ਆਪ ਨੂੰ ਮਤਮੰਦ ਕਹਿੰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਜਾ ਕੇ ਵਾਹਿਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ। ਇਸ ਤਰ੍ਹਾਂ ਇਨਫੀਰੀਅਰਿਟੀ ਪੈਦਾ ਨਹੀਂ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਟੇਕਣ ਨਾਲ ਅਸੀਂ ਉਹਨਾਂ ਦੇ ਇਨਫਲੂਐਂਸ, ਭਾਵ ਕਿ ਪ੍ਰਭਾਵ ਹੇਠ ਆਉਂਦੇ ਹਾਂ। ਮੇਰੇ ਦਾਤਾ ਜੀ ਨੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰਮੁਖ ਤੋਂ ਛੁੱਟ ਕਿਸੇ ਨੂੰ ਮੱਥਾ ਟੇਕਣੋਂ ਮਨ੍ਹਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜੇ ਮੱਥਾ ਟੇਕੇਗਾ ਤਾਂ ਸਿਨ ਕਰੇਗਾ, ਭਾਵ ਕਿ ਗੁਨਾਹ ਕਰੇਗਾ। ਫਕੀਰ ਵਿੱਚ ਇੱਕ ਅਨੋਮਲੀ ਨਿਰਮ ਵਿਰੁੱਧਤਾ ਹੁੰਦੀ ਹੈ ਕਿ ਜੇ ਆਪਣੀ ਬਾਬਤ ਕੁਝ ਕਹੇ ਤਾਂ ਬਣਦਾ ਨਹੀਂ, ਜੇ ਨਾ ਕਹੇ ਤਾਂ ਵੀ ਠੀਕ ਨਹੀਂ। ਵਾਹਿਗੁਰੂ ਦੀ ਯਾਦ ਨਾਲ ਸਾਈਂ ਦੇ ਨਾਮ ਦੇ ਸਿਮਰਨ ਕੀਤਿਆਂ ਮਨ ਨੇ ਨਿਰਮਲ ਹੋਣਾ ਹੈ। ਜੇ ਇਸ ਸਾਫ਼ ਕੀਤੇ ਮਨ ਵਿੱਚ ਕੋਈ ਫਕੀਰ ਆ ਵੜਿਆ ਜਿਸ ਦਾ ਆਪਣਾ ਮਨ ਹਾਲੇ ਨਿਰਮਲ ਨਹੀਂ, ਤਾਂ ਲਾਭ ਕੀ ਹੋਇਆ? ਜਿਸ ਵਾਹਿਗੁਰੂ ਦੇ ਨਾਮ ਦੇ ਸਿਮਰਨ ਦੇ ਨਾਲ ਮਨ ਨਿਰਮਲ ਹੋਇਆ ਹੈ, ਮਨ ਵਿੱਚ ਉਹੀ ਵਸੇ ਤਾਂ ਚੰਗੀ ਗੱਲ ਹੈ। ਪਾਗਲ ਤੇ ਜੀਨੀਅਸ ਦੇ ਦਿਮਾਗ ਦੇ ਵਿੱਚ ਬਹੁਤ ਥੋੜ੍ਹਾ ਫਰਕ ਹੁੰਦਾ ਹੈ। ਇਸ ਤਰ੍ਹਾਂ ਪਰਮਾਰਥ ਦੇ ਵਿੱਚ ਵੀ ਕਈ ਗੱਲਾਂ ਵਿੱਚ ਥੋੜ੍ਹੇ ਜਿਹੇ ਫਰਕ ਦੇ ਨਾਲ ਬੜਾ ਹਰਜ ਹੋ ਜਾਂਦਾ ਹੈ। ਅਸੀਂ ਵਾਹਿਗੁਰੂ ਅੱਗੇ ਝੁਕਣਾ ਹੈ, ਹੋਰਨਾਂ ਦੇ ਤਰਸ ਦੇ ਪਾਤਰ ਨਹੀਂ ਬਣਨਾ ਹੈ। ਇਹ ਗੱਲ ਮੈਂ ਅੱਗੇ ਵੀ ਆਪ ਨੂੰ ਸੁਣਾਈ ਸੀ ਕਿ ਇੱਕ ਕਥਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਪਹਿਲ ਨਾਮਦਾਨ ਦੇਣਾ ਤੇ ਉਪਦੇਸ਼ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਕੋਲ ਇੱਕ ਪੁਰਸ਼ ਆਇਆ। ਉਸਨੇ ਗੁਰੂ ਜੀ ਦੀ ਸਿੱਖੀ ਪ੍ਰਵਾਨ ਕੀਤੀ ਤੇ ਗੁਰਮਤਿ ਦੀ ਘਾਲ ਕਰਨ ਲੱਗ ਪਿਆ। ਹਾਲੇ ਥੋੜ੍ਹਾ ਚਿਰ ਹੀ ਹੋਇਆ ਸੀ ਕਿ ਸਿੱਖੀ ਵਿੱਚ ਪ੍ਰਵੇਸ਼ ਕੀਤਿਆਂ ਕਿ ਪਰਲੋਕਗਾਮੀ ਹੋ ਗਿਆ। ਸਿੱਖੀ ਪ੍ਰਾਪਤ ਹੋਣ ਤੋਂ ਪਹਿਲਾਂ ਉਸਨੇ ਕੁਝ ਪਾਪ ਕਰਮ ਕੀਤੇ ਹੋਏ ਸਨ, ਜਿਨ੍ਹਾਂ ਕਰਕੇ ਉਸਨੂੰ ਧਰਮਰਾਜ ਦੇ ਪੇਸ਼ ਹੋਣਾ ਪਿਆ ਤੇ ਉਸਨੂੰ ਪਿਛਲੇ ਕਰਮ ਭੁਗਤਾਉਣ ਹਿਤ ਨਰਕ ਵਿੱਚ ਭੇਜ ਦਿੱਤਾ। ਇਹ ਸਿੱਖ ਜਦ ਨਰਕ ਵਿੱਚ ਪੁੱਜਾ ਤਾਂ ਉੱਥੇ ਬਾਰਿਸ਼ ਸ਼ੁਰੂ ਹੋ ਗਈ, ਬੰਦ ਹੀ ਨਾ ਹੋਵੇ। ਜਮਗਣ ਘਬਰਾਏ ਤੇ ਨੱਠੇ ਧਰਮਰਾਜ ਪਾਸ ਆਏ ਤੇ ਆ ਕੇ ਕੀ ਦੇਖਦੇ ਨੇ ਕਿ ਪਰਮੇਸ਼ਰ ਆਪ ਤਖਤ ਤੇ ਬੈਠਾ ਹੈ ਤੇ ਉੱਤੋਂ ਬਾਰਿਸ਼ ਹੋ ਰਹੀ ਹੈ। ਪਰਮੇਸ਼ਰ ਨੇ ਧਰਮਰਾਏ ਨੂੰ ਹੁਕਮ ਦਿੱਤਾ ਕਿ ਉਸ ਸਿੱਖ ਨੂੰ ਨਰਕ ਦੇ ਵਿੱਚੋਂ ਕੱਢ ਕੇ ਝੱਬ ਹੀ ਸੁਰਗ ਦੇ ਵਿੱਚ ਲੈ ਜਾਵੋ।
ਸਤਿਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੇ ਦੁੱਖਾਂ ਤੇ ਤਰਸ ਖਾ ਕੇ ਦੁਨੀਆ ਦੇ ਵਿੱਚ ਜਾ ਕੇ ਮੇਰਾ ਭੇਦ ਖੋਲ ਦਿੱਤਾ ਹੈ, ਆਪਣੇ ਸਿੱਖਾਂ ਨੂੰ ਦੱਸ ਦਿੱਤਾ ਹੈ। ਉਹ ਇਹ ਹੈ ਕਿ ਜਿਹੜੇ ਮੇਰਾ ਨਾਮ ਜਪਦੇ ਨੇ, ਭਾਵ ਕਿ ਪ੍ਰਮਾਤਮਾ ਦਾ, ਮੈਂ ਉਹਨਾਂ ਦੇ ਹਿਰਦੇ ਵਿੱਚ ਬੈਠਾ ਹੁੰਦਾ ਹਾਂ। ਤੁਸੀਂ ਇਸ ਸਿੱਖ ਨੂੰ ਨਰਕ ਦੇ ਵਿੱਚ ਭੇਜਿਆ ਹੈ। ਇਹ ਮੇਰਾ ਨਾਮ ਜਪਦਾ ਹੈ ਤੇ ਮੈਂ ਇਸ ਦੇ ਹਿਰਦੇ ਵਿੱਚ ਬੈਠਾ। ਇਸ ਦੇ ਹਿਰਦੇ ਵਿੱਚ ਬੈਠੇ ਨਰਕ ਦੇ ਵਿੱਚ ਮੈਨੂੰ ਗਰਮੀ ਲੱਗੀ ਤੇ ਮੈਨੂੰ ਆਪਣੇ ਸੁਖ ਵਾਸਤੇ ਬਾਰਿਸ਼ ਕਰਨੀ ਪਈ। ਧਰਮਰਾਜ ਨੇ ਉਸੇ ਵਕਤ ਆਪਣੇ ਜਮਦੂਤਾਂ ਨੂੰ ਹੁਕਮ ਦਿੱਤਾ ਕਿ ਨਾਮ ਜਪਣ ਵਾਲੇ ਪੁਰਸ਼ਾਂ ਦੇ ਕੋਲ ਕਦੀ ਵੀ ਨਾ ਜਾਣਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਂ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈਓ ਦੂਰ। ਗੌੜੀ 52 ਅੱਖਰੀ ਮਹੱਲਾ 5। ਸਾਈਂ ਦੇ ਦਰੋਂ ਬਖਸ਼ਿਆ ਹੋਇਆ ਫਕੀਰ ਮੁਸ਼ਕਲ ਨਾਲ ਮਿਲਦਾ ਹੈ। ਫਰੀਦ ਜੀ ਦਾ ਇਹ ਸਲੋਕ ਪ੍ਰਸਿੱਧ ਹੈ। ਉੱਠ ਫਰੀਦਾ ਗਵਨ ਕਰ, ਦੁਨੀਆ ਭਾਲਣ ਜਾ, ਮਤ ਕੋਈ ਬਖਸ਼ਿਆ ਮਿਲ ਪਵੀ, ਤੂੰ ਵੀ ਬਖਸ਼ਿਆ ਜਾ। ਬਖਸ਼ੇ ਹੋਏ ਦੀ ਇਹ ਪਛਾਣ ਹੁੰਦੀ ਹੈ ਕਿ ਉਹ ਪਾਣੀ ਉੱਪਰ ਫੁੱਲ ਵਾਂਗੂ ਸੰਸਾਰ ਦੇ ਵਿੱਚ ਤਰਦਾ ਹੈ। ਮਾਇਆ ਦੇ ਮੋਹ ਜਾਂ ਆਪਣੀ ਪ੍ਰਸ਼ੰਸਾ ਦੇ ਹੰਕਾਰ ਦੇ ਵਿੱਚ ਡੁੱਬਦਾ ਨਹੀਂ। ਜਿਹੜਾ ਨਾਮ ਜਪੇ ਉਹ ਮਹਾਂਪੁਰਸ਼ ਹੈ। ਕਦੇ ਜੇ ਬਾਣੀ ਦੀ ਕਿਸੇ ਤੁਕ ਦੇ ਵਿੱਚ ਮਨ ਅਟਕ ਜਾਵੇ ਤਾਂ ਉਹ ਤੁਕ ਲਗਾਤਾਰ ਪੜ੍ਹੀ ਜਾਣਾ ਵੀ ਵਾਹਿਗੁਰੂ ਦਾ ਨਾਮ ਦਾ ਜਾਪ ਹੈ। ਵਾਹਿਗੁਰੂ ਇਨਫਾਈਨਾਈਟ ਹੈ, ਅਨੰਤ ਹੈ, ਭਾਵ ਕਿ ਇਸ ਵਾਸਤੇ ਉਸ ਦਾ ਸੈਂਟਰ, ਕੇਂਦਰ ਵੀ ਹਰ ਜਗ੍ਹਾ ਹੈ। ਇਨਫਾਈਨਾਈਟ ਭਾਵ ਕਿ ਅਨੰਤ ਦਾ ਸੈਂਟਰ ਹਰ ਥਾਂ ਹੋਣਿਆ ਹੀ ਹੋਇਆ। ਫਿਰ ਉਸ ਦਾ ਕੇਂਦਰ ਸਾਡੇ ਹਿਰਦੇ ਵਿੱਚ ਵੀ ਹੈ। ਵਾਹਿਗੁਰੂ ਦਾ ਨਾਮ ਸਿਮਰਨ ਦੇ ਨਾਲ ਸਾਨੂੰ ਆਪਣੇ ਅੰਦਰੋਂ ਉਸ ਦੀ ਪ੍ਰਤੀਤੀ ਹੋ ਆਉਂਦੀ ਹੈ ਤੇ ਫਿਰ ਅਸੀਂ ਬੈਲੈਂਸ ਲਾਈਫ ਲਿਵ ਕਰਨ ਲੱਗਦੇ ਹਾਂ, ਭਾਵ ਕਿ ਇਕਸਰਤਾ ਦੇ ਵਿੱਚ ਅਡੋਲ ਜੀਵਨ। ਬਗੈਰ ਇਸ ਸੈਂਟਰ ਭਾਵ ਕਿ ਕੇਂਦਰ ਦੀ ਪ੍ਰਤੀਤੀ ਦੇ ਸਾਰੇ ਅਸੈਂਟਰਿਕ ਕੇਂਦਰਹੀਨ ਹਨ। ਕਾਂਟ ਫਿਲਾਸਫੀ ਦੇ ਮੁਤਾਬਕ ਜੀਵ ਤੇ ਸੱਚ ਦੇ ਦਰਮਿਆਨ ਟਾਈਮ, ਸਪੇਸ ਤੇ ਕੈਜੂਅਲਟੀ ਭਾਵ ਕਿ ਕਾਲ, ਦੇਸ਼ ਤੇ ਨਿਮਿਤ ਦੀ ਵਿੱਥ ਪਈ ਹੋਈ ਹੈ। ਗੁਰਮਤਿ ਅਨੁਸਾਰ ਸਿਮਰਨ ਦੇ ਨਾਲ ਅਸੀਂ ਟਾਈਮ ਭਾਵ ਕਿ ਕਾਲ, ਧਿਆਨ ਦੇ ਨਾਲ ਸਪੇਸ ਤੇ ਵਾਹਿਗੁਰੂ ਨੂੰ ਕਰਤਾ ਜਾਣ ਕੇ ਉਸ ਦੀ ਰਜ਼ਾ ਵਿੱਚ ਰਹਿ ਕੇ ਕੈਜੂਅਲਟੀ ਨੂੰ ਜਿੱਤਣਾ ਹੈ, ਭਾਵ ਕਿ ਨਿਮਿਤ ਨੂੰ ਜਿੱਤਣਾ ਹੈ। ਇਸ ਤਰ੍ਹਾਂ ਜੀਵ ਸੱਚ ਦੇ ਕੋਲ ਪੁੱਜ ਸਕਦਾ ਹੈ। ਇੱਥੋਂ ਸਾਨੂੰ ਸੱਚ ਆਪਣੇ ਵਿੱਚ ਖਿੱਚ ਕੇ ਅਭੇਦ ਕਰ ਲੈਂਦਾ ਹੈ। ਇਹ ਉਸ ਦਾ ਬਿਰਧ ਹੈ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। हमने भी प्रभ अति ऊंचा, क्यों कर मिले आ जाए राम, क्यों कर मिले आ जाए राम। हमने भी प्रभ अति ऊंचा, क्यों कर मिले आ जाए राम, क्यों कर मिले आ
शब्द सुबाए आप गवाए रंग स्यों रलिया माणे। मिल शब्द सुबाए आप गवाए रंग स्यों रलिया माणे। रंग स्यों रलिया माणे। सेज सुखाली जान रब पाया हर हर नाम समाणे। हर हर नाम समाणे। सेज सुखाली जा प्रभ पाया हर हर नाम समाणे। गुर मेली बहु कृपा तारी गुर मेली बहु कृपा तारी हर कै शब्द सुभाए राम। हम नीवी प्रभ अति ऊंचा क्यों कर मिलिया जाए राम। क्यों कर मिलिया जाए राम। हम नीवी प्रभ अति ऊंचा क्यों कर मिलिया जाए राम। क्यों कर मिलिया जाए राम। गुर मेली बहु कृपा तारी गुर मेली बहु कृपा तारी हर कै शब्द सुभाए राम। हम नीवी प्रभ अति ऊंचा क्यों कर मिलिया जाए राम। क्यों कर मिलिया जाए राम। हम नीवी प्रभ अति ऊंचा क्यों कर मिलिया जाए राम। क्यों कर मिलिया जाए राम। नानक सुहागण सावड पागी जे चले सतगुर पाए। नानक सुहागण सावड पागी जे चले सतगुर पाए। हम नीवी प्रभ अति ऊंचा क्यों कर मिलिया जाए राम। हम नीवी प्रभ अति ऊंचा क्यों कर मिलिया जाए राम। गुर मेली बहु कृपा तारी गुर मेली बहु कृपा तारी हर कै शब्द सुभाए राम। हम नीवी प्रभ अति ऊंचा क्यों कर मिलिया जाए राम। क्यों कर मिलिया जाए राम। हम नीवी प्रभ अति ऊंचा
ਹਾਂਜੀ, ਇਹ ਸਨ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ ਤੇ ਉਹਨਾਂ ਦੇ ਦਾ ਜਥਾ ਜਿਨ੍ਹਾਂ ਨੇ ਤਾਂ ਆਪਣਾ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਅਗਲੀਆਂ ਵਿਚਾਰਾਂ ਜਿਹੜੀਆਂ ਨੇ 26 ਜਨਵਰੀ 1954 ਦੀਆਂ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਸਾਰੇ ਗੁਰੂ ਬਣਨਾ ਚਾਹੁੰਦੇ ਨੇ, ਚੇਲਾ ਕੋਈ ਬਿਰਲਾ ਹੀ। ਗੱਲ ਜਿਹੜੀ ਕੋਈ ਸਮਝਾਵੇ ਉਹ ਆਪਣੇ ਅਮਲ ਦੇ ਵਿੱਚ ਲਿਆਉਣੀ ਚਾਹੀਦੀ ਹੈ, ਨਾ ਕਿ ਬਿਨਾਂ ਆਪ ਅਮਲ ਕੀਤੇ ਦੇ ਦੂਸਰਿਆਂ ਨੂੰ ਉਪਦੇਸ਼ ਕਰਨ ਲੱਗ ਪੈਣਾ। ਫੋਟੋ ਕੈਮਰੇ ਦਾ ਸ਼ੀਸ਼ਾ ਪਹਿਲਾਂ ਆਪਣੇ ਤੇ ਅਕਸ ਲੈਂਦਾ ਹੈ ਤਾਂ ਦੇਖੋ ਸੋਹਣੀ ਤਸਵੀਰ ਉਤਰਦੀ ਹੈ। ਲੁਕਿੰਗ ਗਲਾਸ ਸ਼ੀਸ਼ੇ ਦੇ ਵਿੱਚ ਬਹੁਤੇ ਆਦਮੀ ਮੂੰਹ ਦੇਖਦੇ ਨੇ, ਪਰ ਉਹ ਅਸਰ ਕੋਈ ਨਹੀਂ ਕਬੂਲਦਾ। ਕੋਰੇ ਦਾ ਕੋਰਾ ਹੀ ਰਹਿੰਦਾ ਹੈ। ਸੈਲਫ ਐਪਰੀਸ਼ੀਏਸ਼ਨ, ਆਪਣੀ ਸਿਫਤ ਆਪ ਕਰਨਾ ਚੰਗਾ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਹੋਰ ਮਾੜੀਆਂ ਚੀਜ਼ਾਂ ਗਿਣੀਆਂ ਨੇ, ਉੱਥੇ ਸੈਲਫ ਐਪਰੀਸ਼ੀਏਸ਼ਨ, ਆਪਾ ਸਲਾਹੁਣ ਨੂੰ ਵੀ ਉਹਨਾਂ ਦੇ ਵਿੱਚ ਸ਼ੁਮਾਰ ਕੀਤਾ ਹੈ। ਜਿਵੇਂ ਕਿ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਉਂਦੇ ਨੇ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ। ਸੈਲਫ ਡੈਪਰੀਸ਼ੀਏਸ਼ਨ, ਆਪ ਨੂੰ ਅਤਹੀਣ ਜਾਣਨਾ ਵੀ ਬੁਰਾ ਹੈ। ਕੰਡੈਮਨੇਸ਼ਨ, ਆਪ ਨੂੰ ਕੋਸਣਾ ਗੁਨਾਹ ਹੈ। ਅਸਾਂ ਇਹਨਾਂ ਵਿੱਚੋਂ ਠੀਕ ਰਸਤਾ ਭਾਲਣਾ ਹੈ। ਗੁਰੂ ਸਾਹਿਬ ਨੇ ਇਸ ਤਰ੍ਹਾਂ ਦਰਸਾਇਆ ਹੈ, ਐ ਜੀ ਨਾ ਹਮ ਉੱਤਮ ਨੀਚ ਨ ਮੱਧਮ, ਹਰ ਸਰਨਾਗਤ ਹਰ ਕੇ ਲੋਗ। ਗੂਜਰੀ ਮਹੱਲਾ ਪਹਿਲਾ। ਗੁਰਬਾਣੀ ਨੂੰ ਵਿਚਾਰਨਾ ਹੈ। ਸਾਡੇ ਗੁਰੂ ਸਾਹਿਬਾਨ ਨੂੰ ਮੁਕੰਮਲ ਗਿਆਨ ਸੀ। ਇਸ ਤੁਕ ਦੀ ਸਾਈਕੋਲੋਜੀ, ਮਨੋਵਿਗਿਆਨ ਨੂੰ ਵਿਚਾਰੋ। ਫਰੀਦਾ ਬੁਰੇ ਦਾ ਭਲਾ ਕਰ, ਫੇਰ ਕੀ ਹੋਵੇਗਾ? ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਸੋ ਪਹਿਲੇ ਹੈ ਫਰੀਦਾ ਬੁਰੇ ਦਾ ਭਲਾ ਕਰ, ਫੇਰ ਕੀ ਹੋਵੇਗਾ? ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਸ਼ਲੋਕ ਫਰੀਦ ਜੀ ਦੇ। ਰਤਨ ਨਾਮ ਅਮੁੱਲ ਪਦਾਰਥ ਹੈ। ਇਹ ਬਿਸਮਾਤ ਤੋਂ ਪਰੇ ਲੈ ਜਾਂਦਾ ਹੈ। ਵੈਸਟਰਨ ਭਾਵ ਕਿ ਪੱਛਮੀ ਦੁਨੀਆ ਅੱਜ ਕੱਲ੍ਹ ਰਿਲੈਕਸੇਸ਼ਨ, ਆਰਾਮ ਲੈਣ ਤੇ ਜ਼ੋਰ ਦੇ ਰਹੀ ਹੈ। ਨਾਮ ਦਾ ਸਿਮਰਨ ਬੈਸਟ ਰਿਲੈਕਸੇਸ਼ਨ ਹੈ, ਵਧੀਆ ਆਰਾਮ ਹੈ। ਇਹ ਸਾਡੀ ਦੇਹ ਅਰੋਗ ਰੱਖਦਾ ਹੈ ਤੇ ਵਾਹਿਗੁਰੂ ਕੋਲ ਵੀ ਲੈ ਜਾਂਦਾ ਹੈ। ਇਸ ਲਈ ਅਸੀਂ ਅੰਤਰਮੁਖ ਹੁੰਦੇ ਜਾਵਾਂਗੇ। ਵਿਸ਼ਿਸ਼ਟ, ਜਦ ਸ੍ਰੀ ਰਾਮਚੰਦਰ ਨੂੰ ਯੋਗ ਵਿਸ਼ਿਸ਼ਟ ਦਾ ਉਪਦੇਸ਼ ਦੇ ਚੁੱਕਿਆ ਤਾਂ ਸ੍ਰੀ ਰਾਮਚੰਦਰ ਜੀ ਨੇ ਕਿਹਾ, ਮੈਨੂੰ ਆਤਮਾ ਦੇ ਦਰਸ਼ਨ ਕਰਾਓ। ਵਿਸ਼ਿਸ਼ਟ ਚੁੱਪ ਕਰ ਰਿਹਾ। ਸ੍ਰੀ ਰਾਮਚੰਦਰ ਜੀ ਦੇ ਕਈ ਵਾਰ ਪੁੱਛਣ ਤੇ ਆਖਰ ਵਿਸ਼ਿਸ਼ਟ ਨੇ ਕਿਹਾ ਕਿ ਆਤਮਾ ਦੇ ਦਰਸ਼ਨ ਅੰਤਰਮੁਖ ਜਾਂ ਸਬਜੈਕਟਿਵ ਹੋ ਕੇ ਕਰ ਸਕਦਾ ਹੈ। ਸਬਜੈਕਟਿਵ ਹੋਣ ਦਾ ਤਰੀਕਾ ਨਾਮ ਸਿਮਰਨ ਹੈ। ਸਿਮਰਨ ਦੇ ਨਾਲ ਸਾਡੇ ਗੁਰੂ ਸਾਹਿਬਾਨ ਨੇ ਗੋਡ ਰੀਅਲਾਈਜੇਸ਼ਨ ਭਾਵ ਕਿ ਵਾਹਿਗੁਰੂ ਪ੍ਰਾਪਤੀ ਦਾ ਤਰੀਕਾ ਆਸਾਨ ਕਰ ਦਿੱਤਾ ਹੈ। ਸਿਮਰਨ ਮੁਸ਼ੱਕਤ ਨਹੀਂ, ਇਹ ਖੁੰਨਕ ਹੈ, ਠੰਡ ਪਾਉਂਦਾ ਹੈ। ਕਾਲ ਦਾ ਅਰਥ ਮੁਸ਼ੱਕਤ ਨਹੀਂ, ਪ੍ਰੈਜਵਰੈਂਸ ਲਗਾਤਾਰਤਾ ਹੈ। ਜਿੱਦ ਜਾਂ ਹਠ ਦੇ ਵਿੱਚ ਫਰਕ ਹੁੰਦਾ ਹੈ। ਜਿਹੜੇ ਸਿਮਰਨ ਨੂੰ ਮੁਸ਼ੱਕਤ ਸਮਝਦੇ ਨੇ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਨਹੀਂ ਸਮਝਦੇ। ਸੰਗਤ ਵਿੱਚ ਜਾ ਕੇ ਇਸ ਗੱਲ ਦੀ ਸਮਝ ਆਉਂਦੀ ਹੈ। ਇਹ ਨਾ ਸਮਝਣ ਦੇ ਨਾਲ ਆਦਮੀ ਮੁਸ਼ਕਲ ਦੇ ਵਿੱਚ ਪੈ ਜਾਂਦਾ ਹੈ। ਇਹ ਪੁਰਸਲਾਤ ਹੈ। ਜੇ ਵਾਹਿਗੁਰੂ ਦੇ ਦਰਸ਼ਨ ਕਰਨੇ ਨੇ ਤੇ ਸਿਮਰਨ ਦੇ ਵਿੱਚ ਲੱਗ ਜਾਵੋ। 29 ਜਨਵਰੀ 1954। ਲਿਖਾਰੀ ਦੇ ਹੱਥ ਦੇ ਵਿੱਚ ਕਲਮ ਹੁੰਦੀ ਹੈ। ਕਲਮ ਜੋ ਕੁਝ ਲਿਖਦੀ ਹੈ ਉਹ ਲਿਖਾਰੀ ਦੇ ਵੱਸ ਹੁੰਦਾ ਹੈ, ਰੱਬ ਦੇ ਵੱਸ ਨਹੀਂ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕੁਝ ਮੈਥੋਂ ਲਿਖਵਾਇਆ ਹੈ, ਇਹ ਆਪਣਾ ਇੰਸਟਰੂਮੈਂਟ, ਯੰਤਰ ਬਣਾ ਕੇ ਕਰਾਇਆ ਹੈ।
ਜੋ ਮੈਥੋਂ ਹੋਇਆ ਇਸ ਦਾ ਕ੍ਰੈਡਿਟ ਵਡਿਆਈ ਵੀ ਉਹਨਾਂ ਨੂੰ ਹੈ, ਨਾ ਕਿ ਮੈਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਕਿੰਨਾ ਉਪਦੇਸ਼ ਬਖਸ਼ਦੇ ਨੇ, ਤੇ ਅੱਗੇ ਚੱਲ ਕੇ ਭਾਈ ਸਾਹਿਬ ਦੱਸਦੇ ਨੇ ਕਿ ਸਾਡੇ ਸਤਿਗੁਰੂ ਤਾਂ ਅਨਪੜ੍ਹ ਝੀਵਰਾਂ ਤੋਂ ਬੜੇ ਗਿਆਨੀ ਪੰਡਤਾਂ ਨੂੰ ਹਰਾਉਣ ਦੇ ਸਮਰੱਥ ਹਨ। ਤੁਸਾਂ ਸਭ ਨੂੰ ਸਾਖੀ ਯਾਦ ਹੈ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਸ ਤਰ੍ਹਾਂ ਇੱਕ ਅਨਪੜ੍ਹ ਝੀਵਰ ਤੋਂ ਇੱਕ ਪੰਡਿਤ ਨੂੰ ਗੀਤਾ ਦੇ ਅਰਥ ਕਰਨ ਵਿੱਚ ਹਰਾਇਆ, ਤੇ ਫਿਰ ਪੰਡਿਤ ਸਤਿਗੁਰਾਂ ਦੇ ਚਰਨੀ ਲੱਗ ਕੇ ਨਾਮ ਧਰੀਕ ਸਿੱਖ ਹੋਇਆ ਸੀ। ਲੋਕ ਰਤਕ ਸਿੱਖਿਆ ਪਾ ਕੇ ਆਪਣੇ ਆਪ ਨੂੰ ਜਿਤਾਉਣ ਲੱਗ ਪੈਂਦੇ ਨੇ। ਸਤਿਗੁਰਾਂ ਨੇ ਫਰਮਾਇਆ ਹੈ, ਜੱਜਾ ਜਾਣੇ ਹਉ ਕਿਛ ਹੁਆ, ਬਾਧਿਓ ਜਿਉ ਨਲਨੀ ਭ੍ਰਮ ਸੂਆ। ਜੋ ਜਾਣੇ ਹਮ ਭਗਤ ਗਿਆਨੀ, ਆਗੇ ਠਾਕਰ ਤਿਲ ਨਹੀਂ ਮਾਨੀ। ਗੌੜੀ 52 ਅੱਖਰੀ, ਮਹੱਲਾ 5ਵਾਂ। 29 ਜਨਵਰੀ 1954। ਗਿਆਨੀ ਸਾਨੂੰ ਗੁੰਮਰਾਹ ਕਰਦੇ ਹਨ। ਅਸੀਂ ਉਹਨਾਂ ਦੇ ਉਪਦੇਸ਼ ਹੇਠ ਆਪਣੇ ਆਪ ਨੂੰ ਬ੍ਰਹਮ ਬਣਾਉਣਾ ਚਾਹੁੰਦੇ ਹਾਂ, ਪਰ ਇਹ ਗਲਤ ਹੈ। ਅਸਾਂ ਉਸ ਨਾਲ ਮਿਲਾਪ ਪ੍ਰਾਪਤ ਕਰਨਾ ਹੈ। ਮਿਲਾਪ ਪ੍ਰਾਪਤ ਕਰਨ ਤੇ ਆਪਣੇ ਆਪ ਨੂੰ ਬ੍ਰਹਮ ਬਣਾਉਣ 'ਚ ਬੜਾ ਫਰਕ ਹੈ। ਜਿਸ ਦੇ ਅੰਦਰ ਸਿਮਰਨ ਹੈ, ਉਸ ਨੂੰ ਵਾਹਿਗੁਰੂ ਦਾ ਮਿਲਾਪ ਹੈ, ਉਹ ਮੁਕਤ ਹੈ। ਵਾਹਿਗੁਰੂ ਨੂੰ ਅਸੀਂ ਸਬਜੈਕਟਿਵਲੀ ਦੇਖ ਨਹੀਂ ਸਕਦੇ, ਮਾਫ ਕਰਨਾ, ਓਬਜੈਕਟਿਵਲੀ ਦੇਖ ਨਹੀਂ ਸਕਦੇ, ਸਬਜੈਕਟਿਵਲੀ ਦ੍ਰਿਸ਼ਟਾ ਪਦ ਵਿੱਚ ਹੋ ਕੇ ਪ੍ਰਤੀਤ ਕਰ ਸਕਦੇ ਹਾਂ। ਸਾਰੇ ਓਬਜੈਕਟ ਪਦਾਰਥ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ, ਉਹ ਬਿਨਸਨਹਾਰ ਹਨ। ਵਾਹਿਗੁਰੂ ਬਿਨਸਨਹਾਰ ਨਹੀਂ, ਇਸ ਕਰਕੇ ਸਾਨੂੰ ਅੱਖਾਂ ਦੇ ਨਾਲ ਨਹੀਂ ਦਿਸਦਾ। ਇਸ ਵਾਸਤੇ ਅਸੀਂ ਉਸ ਨੂੰ ਕਿਵੇਂ ਦੇਖ ਸਕਦੇ ਹਾਂ? ਅਸੀਂ ਆਪਣੀ ਨਿਗਾਹ ਦੇ ਨਾਲ ਹੋਰਨਾਂ ਨੂੰ ਦੇਖਦੇ ਹਾਂ, ਪਰ ਆਪਣੀ ਨਿਗਾਹ ਨੂੰ ਕਦੇ ਨਹੀਂ ਵੇਖਿਆ। ਫਰਕ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਨਿਗਾਹ ਹੈ। ਜੀਵਨ ਦਾ ਲਾਹਾ ਸਿਮਰਨ ਹੈ। ਸਿਮਰਨ ਦੀ ਕੋਈ ਕੀਮਤ ਨਹੀਂ ਪਾ ਸਕਦਾ। ਇਸ ਦੀ ਕੀਮਤ ਮਰ ਕੇ ਫੇਰ ਪਤਾ ਲੱਗੇਗੀ। ਜਿਨ੍ਹਾਂ ਨੇ ਨਹੀਂ ਸਿਮਰਨ ਕੀਤਾ, ਉਹ ਮਰ ਕੇ ਪਛਤਾਉਣਗੇ ਕਿ ਉਹਨਾਂ ਨੇ ਸਿਮਰਨ ਨਹੀਂ ਕੀਤਾ। ਉਹ ਵੀ ਪਛਤਾਉਣਗੇ ਜਿਨ੍ਹਾਂ ਨੇ ਸਿਮਰਨ ਕੀਤਾ। ਇਸ ਲਈ ਕਿ ਜਦ ਇਸ ਦੀ ਕੀਮਤ ਦਾ ਪਤਾ ਲੱਗੇਗਾ ਕਿ ਇਹ ਮਹਾਨ, ਕੀਮਤੀ ਤੇ ਅਮੋਲਕ ਸ਼ੈ ਹੈ, ਤਾਂ ਉਹ ਕਹਿਣਗੇ, ਜੇ ਸਿਮਰਨ ਦੀ ਐਡੀ ਕੀਮਤ ਸੀ ਤਾਂ ਅਸੀਂ ਹੋਰ ਸਿਮਰਨ ਕਿਉਂ ਨਹੀਂ ਕੀਤਾ? ਸਿਮਰਨ ਪਹਿਲਾ ਮੈਲ ਕੱਟਦਾ ਹੈ। ਇਸ ਵਾਸਤੇ ਇਸ ਵਿੱਚ ਪਹਿਲੇ ਦਿਲ ਨਹੀਂ ਲੱਗਦਾ। ਜਦ ਮਨ ਨਿਰਮਲ ਹੋ ਜਾਂਦਾ ਹੈ ਤਾਂ ਸਿਮਰਨ ਦੇ ਵਿੱਚ ਰਸ ਆਉਣ ਲੱਗਦਾ ਹੈ ਤੇ ਫਿਰ ਛੱਡਣ ਨੂੰ ਜੀ ਨਹੀਂ ਕਰਦਾ। ਜਿਹੜੇ 5 ਮਿੰਟ ਵੀ ਰੋਜ਼ ਸਿਮਰਨ ਕਰਦੇ ਨੇ ਜਾਂ ਕਰਨਗੇ, ਉਹਨਾਂ ਨੂੰ ਵੀ ਦਰਗਾਹ ਦੇ ਵਿੱਚ ਸੋਹਣਾ ਸੁੱਖ ਮਿਲੇਗਾ। ਮਿਸਟਰ ਸਟੈਡ, ਐਡੀਟਰ, ਰਿਵਿਊ ਆਫ ਰਿਵਿਊਜ਼ ਨੇ ਕੁਝ ਸਾਲ ਹੋਏ ਇੱਕ ਕਿਤਾਬ ਲੈਟਰਸ ਆਫ ਜੂਲੀਆ ਛਾਪੀ ਸੀ। ਇਹ ਬੜਾ ਨਾਮੀ ਆਦਮੀ ਹੋਇਆ ਹੈ, ਜਿਸ ਨੇ ਇੱਕ ਡੁੱਬਦੇ ਜਹਾਜ਼ ਦੇ ਵਿੱਚ ਆਪਣੇ ਆਪ ਨੂੰ ਪਹਿਲਾਂ ਬਚਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਸਤਰੀਆਂ ਤੇ ਬੱਚਿਆਂ ਨੂੰ ਪਹਿਲੇ ਬਚਾਓ, ਉਹਨਾਂ ਦਾ ਹੱਕ ਪਹਿਲਾ ਹੈ ਬਚਣ ਦਾ। ਇਸ ਕਿਤਾਬ ਦੇ ਵਿੱਚ ਉਸਨੇ ਆਪਣੀ ਪਰਲੋਕਗਾਮੀ ਭੈਣ ਤੋਂ ਮਿਲੀਆਂ ਕੁਝ ਚਿੱਠੀਆਂ ਛਾਪੀਆਂ ਹਨ। ਇਹ ਚਿੱਠੀਆਂ ਵਿੱਚ ਇੱਕ ਮੀਡੀਅਮ ਜੋ ਰੂਹਾਂ ਦੇ ਨਾਲ ਗੱਲਬਾਤ ਕਰ ਸਕਦੀ ਸੀ ਦੀ ਰਾਹੀਂ ਮਿਲੀਆਂ। ਇਹਨਾਂ ਚਿੱਠੀਆਂ ਵਿੱਚ ਉਸ ਦੀ ਭੈਣ ਜੂਲੀਆ ਨੇ ਲਿਖਿਆ ਕਿ ਜੇ ਤੂੰ ਦੁਨੀਆ ਵਿੱਚ ਰਹਿੰਦਿਆਂ 5 ਮਿੰਟ ਵੀ ਵਾਹਿਗੁਰੂ ਦਾ ਨਾਮ ਦਾ ਸਿਮਰਨ ਹਰ ਰੋਜ਼ ਕਰ ਛੱਡੇਗਾ, ਤਾਂ ਜਦ ਇੱਥੇ ਪਰਲੋਕ ਵਿੱਚ ਆਵੇਂਗਾ ਤਾਂ ਤੂੰ ਵੇਖੇਂਗਾ ਕਿ ਤੇਰੇ ਪਾਸ ਕਾਫੀ ਪੂੰਜੀ ਜਮ੍ਹਾਂ ਹੋ ਗਈ ਹੈ। ਇਹ ਤੈਨੂੰ ਪਰਲੋਕ ਦੇ ਵਿੱਚ ਸੁੱਖ ਦੇਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਹੁਕਮ ਦਿੱਤਾ ਗਿਆ ਹੈ ਕਿ ਸਿਮਰਨ ਕਰੋ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਸ਼ਲੋਕ ਕਬੀਰ ਜੀ। ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਤੇ ਅੱਧੀ ਤੋਂ ਅੱਧੀ ਉਹ 5-6 ਮਿੰਟ ਦੀ ਬਣਦੀ ਹੈ। ਭਾਵ ਕਿ ਘੱਟ ਤੋਂ ਘੱਟ ਸਮਾਂ ਨਾਮ ਜਪਿਆਂ ਵੀ ਮਹਾਂ ਫਲਦਾਇਕ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰ, ਗੌੜੀ ਮਹੱਲਾ 5ਵਾਂ। ਸੋ ਇਹ ਤਾਂ ਸਾਨੂੰ ਕੁਝ ਵਿਚਾਰਾਂ ਜਿਹੜੀਆਂ ਕਿ ਅਸੀਂ ਗੁਰਮੁਖ ਸਿੱਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜਿਹੜੇ ਪ੍ਰਵਚਨ ਨੇ, ਉਹਨਾਂ ਦੇ ਸਾਥੀਆਂ ਵੱਲੋਂ ਜਿਹੜੇ ਲਿਖੇ ਗਏ, ਜਿਨ੍ਹਾਂ ਨੇ ਸੁਣੇ,
ਤੇ ਜਿਹੜੇ ਕਿ ਅਸੀਂ ਲੜੀਵਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਰਹੇ ਹਾਂ। ਤੇ ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਕਿਸ ਆਗੇ ਕੀਚੈ ਅਰਦਾਸ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਕਿਸ ਆਗੇ ਕੀਚੈ ਅਰਦਾਸ। ਨਾਨਕ ਘਟ ਘਟ ਏਕੋ ਵਰਤਦਾ, ਸ਼ਬਦ ਕਰੇ ਪਰਗਾਸ। ਨਾਨਕ ਘਟ ਘਟ ਏਕੋ ਵਰਤਦਾ, ਸ਼ਬਦ ਕਰੇ ਪਰਗਾਸ। ਸ਼ਬਦ ਕਰੇ ਪਰਗਾਸ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਕਿਸ ਆਗੇ ਕੀਚੈ ਅਰਦਾਸ। ਬਿਨ ਬੋਲਿਆ ਸਭ ਕਿਛ ਜਾਣਦਾ। ਬਿਹਾ ਸਗਲੀ ਧਰਤੀ ਜੇ ਫਿਰੈ, ਉੱਡ ਚੜ੍ਹੇ ਆਕਾਸ। ਬਿਹਾ ਸਗਲੀ ਧਰਤੀ ਜੇ ਫਿਰੈ, ਉੱਡ ਚੜ੍ਹੇ ਆਕਾਸ। ਸਤਿਗੁਰ ਮਿਲਿਆ ਜਲ ਪਾਈਐ, ਚੁਕੈ ਭੂਖ ਪਿਆਸ। ਸਤਿਗੁਰ ਮਿਲਿਆ ਜਲ ਪਾਈਐ, ਚੁਕੈ ਭੂਖ ਪਿਆਸ। ਚੁਕੈ ਭੂਖ ਪਿਆਸ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਕਿਸ ਆਗੇ ਕੀਚੈ ਅਰਦਾਸ। ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਕਿਸ ਆਗੇ ਕੀਚੈ ਅਰਦਾਸ। ਬਿਨ ਬੋਲਿਆ ਸਭ ਕਿਛ ਜਾਣਦਾ। ਜੀਉ ਪਿੰਡ ਸਭ ਤਿਸ ਕਾ, ਸਭ ਕਿਛ ਤਿਸ ਕੈ ਪਾਸ। ਜੀਉ ਪਿੰਡ
सब तिस का सब किछ तिस कै पास सब किछ तिस कै पास सब किछ तिस कै पास बिन बोलिया सब किछ जानदा बिन बोलिया सब किछ जानदा किस आगे कीजै अरदास किस आगे कीजै अरदास नानक घट घट एको वरतदा शब्द करे परगास नानक घट घट एको वरतदा शब्द करे परगास शब्द करे परगास शब्द करे परगास बिन बोलिया सब किछ जानदा बिन बोलिया सब किछ जानदा इस आगे कीजै अरदास इस आगे कीजै अरदास बिन बोलिया सब किछ जानदा बिन बोलिया सब किछ जानदा बिन बोलिया सब किछ जानदा ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ ਤੇ ਉਹਨਾਂ ਦੇ ਜਥੇ ਵਾਲੇ। ਤੇ ਅਸੀਂ ਇੱਥੇ ਹੀ ਜਿਹੜੀਆਂ ਅੱਜ ਦੀਆਂ ਵਿਚਾਰਾਂ ਨੇ ਉਹਨਾਂ ਨੂੰ ਸੰਪੂਰਨ ਕਰਦੇ ਹਾਂ, ਕਨਕਲੂਡ ਕਰਦੇ ਹਾਂ ਤੇ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਨੂੰ ਉਹ ਆਪਣਾ ਨਾਮ ਜਪਾਵੇ ਤਾਂ ਕਿ ਅਸੀਂ ਮਨੁੱਖਾ ਜੀਵਨ ਦਾ ਲਾਹਾ ਲੈ ਸਕੀਏ। ਪ੍ਰੋਗਰਾਮ ਕਰਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਪ ਜੀ ਨੂੰ ਛੱਡ ਕੇ ਜਾ ਰਹੇ ਹਾਂ ਅਗਲੇ ਸ਼ਬਦ ਦੇ ਨਾਲ। तेरे गुण गवा दे बुझागे तेरे गुण गवा दे बुझागे जैसे सच में रहो रजाई जैसे सच में रहो रजाई तेरे गुण गवा दे बुझागे तेरे गुण गवा दे बुझागे सुल्तान कहाँ हो मियाँ तू सुल्तान कहाँ हो मियाँ तेरी कवन बड़ाई जो तू दे सो कहो स्वामी जो तू दे सो कहो स्वामी मैं मूर्ख कैन न जाए तेरे गुण गवा दे बुझागे तेरे गुण गवा दे बुझागे जो किछ हो आसु सब किछ तुझते जो किछ हो आसु सब किछ तुझते तेरी सब असनाई तेरी सब असनाई तेरा अंत न जानो मेरे साहिबा तेरा अंत न जाना मेरे साहिबा मैं अंधले क्या चतुराई तेरे गुण गवा दे बुझागे तेरे गुण गवा दे बुझागे
कथी कथे कथ देखा कहो कथी कथे कथ देखा क्या हो कथी कथे कथ देखा मैं अकथना कथना जाई मैं अकथना कथना जाई जो तुझ भावे सोई आखा जो तुझ भावे सोई आखा जो तुझ भावे सोई आखा दिल तेरी वडियाई तेरे गुण गवाते बुझागे तेरे गुण गवाते बुझागे इते कुकर हो बेगाना इते कुकर हो बेगाना इते कुकर हो बेगाना इते कुकर हो बेगाना भौका इस तन तारे भगतहीन नानक जय होएगा भगतहीन नानक जय होए ताकस में ना हुन जागे तेरे गुण गवाते बुझागे तेरे गुण गवाते बुझागे जी जैसे सच में रहो न जाई तेरे गुण गवाते बुझागे तेरे गुण गवाते तेरे गुण गवा तेरे गुण गवा